ठीक है 34 लोग ਜਿਹੜੇ ਲੈ ਲਏ ਗਏ ਨੇ ਹਾਲੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਖਾਲੀ 34 ਹੀ ਰਹਿਣਗੇ 34 ਪਲੱਸ 34 ਪਤਾ ਨਹੀਂ 34 ਲੱਖ ਕਿੰਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਡਰ ਗਏ ਅਸੀਂ ਇਹਨਾਂ ਦੀ ਧਮਕੀਆਂ ਤੋਂ ਤੁਸੀਂ ਸੁਣਿਆ ਹੋਣਾ ਮੰਚ ਤੋਂ ਇਹ ਆਦੇਸ਼ ਆਇਆ ਕਿ ਤੁਸੀਂ ਨਾ ਉਹਨਾਂ ਦੀ ਜ਼ਮਾਨਤ ਕਰਾਉਣੀ ਆ ਨਾ ਮਾਫੀ ਮੰਗਣੀ ਆ ਨਾ ਡਰਨਾ ਨਾ ਬਾਹਰ ਆਉਣਾ ਅਸੀਂ ਡਰਨ ਵਾਲੇ ਤੇ ਹੈਗੇ ਹੀ ਨਹੀਂ ਤੁਸੀਂ ਆ ਕੇ ਦੇਖ ਲਓ ਤੁਸੀਂ ਕਰ ਲਓ ਤੁਸੀਂ ਜੇ ਜ਼ਿਆਦਾ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੱਗਿਆ ਕਿ ਤੁਹਾਡੀ ਧਮਕੀਆਂ ਤੋਂ ਡਰ ਜਾਾਂਗੇ ਅਸੀਂ ਇੱਥੋਂ ਹੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦੇਣਾ ਭਰ ਲਓ ਫਿਰ ਕਰ ਲਓ ਕਿੰਨੀਆਂ ਜੇਲ੍ਹਾਂ ਆਪਣੀਆਂ ਕਿੰਨੀਆਂ ਜੇਲ੍ਹਾਂ ਕਰੋਗੇ ਖਾਲੀ ਔਰ ਕਿੰਨੀਆਂ ਜੇਲ੍ਹਾਂ ਬਣਾਓਗੇ ਨਵੀਆਂ ਬਣਾ ਲਓ ਤੁਸੀਂ ਤਿਆਰੀ ਰੱਖੋ ਸਾਡੀ ਲੰਬੀ ਤਿਆਰੀ ਆ ਬੇਈਮਾਨੀਆਂ ਇੰਨੀਆਂ ਹੋ ਚੁੱਕੀਆਂ ਨੇ ਇੰਨੇ ਸਾਡੇ ਨਾਲ ਧੱਕੇ ਹੋ ਚੁੱਕੇ ਨੇ ਕਿ ਹੁਣ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਆਪਣਾ ਹੱਕ ਮੰਗ ਕੇ ਨਹੀਂ ਲੈਣਾ ਹੁਣ ਖੋ ਕੇ ਲੈਣਾ ਬਿਲਕੁਲ ਬਿਲकुल ਤੁਸੀਂ ਦੇਖਿਆ ਨਾ ਮਾਹੌਲ ਖਰਾਬ ਹੋ ਜਾਏਗਾ ਮਾਹੌਲ ਕੌਣ ਖਰਾਬ ਕਰਦਾ ਮੈਨੂੰ ਦੱਸੋ ਤੁਸੀਂ ਪੱਤਰਕਾਰ ਹੋ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਮਾਹੌਲ ਕੌਣ ਖਰਾਬ ਕਰਦਾ ਕਿ ਜਦ ਇਹ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਬਾਕੀ ਸਾਰੇ ਬੰਦੀ ਸਿੰਘ ਜਿਸ ਦਿਨ ਬਾਹਰ ਆ ਗਏ ਤੇ ਇਹਨਾਂ ਨੂੰ ਪਤਾ ਇਹ ਕੁਰਸੀ ਇਹਨਾਂ ਦੇ ਥੱਲੇ ਨਹੀਂ ਰਹਿਣੀ ਕੌਮੀ ਇਨਸਾਫ ਮੋਰਚਾ 7 जनवरी 2023 ਤੋਂ ਲਗਾਤਾਰ ਲਗਾਇਆ ਗਿਆ ਹੈ ਹੁਣ ਤਾਂ ਇਹ ਪੱਕਾ ਮੋਰਚਾ ਕਹਿ ਲਈਏ ਜਾਂ ਫਿਰ ਪੱਕਾ ਧਰਨਾ ਬਣਦਾ ਜਾ ਰਿਹਾ ਹੈ ਅੱਜ ਕਿਹਾ ਜਾ ਰਿਹਾ ਸੀ ਕਿ ਸੀਐਮ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਤੇ ਇਸ ਰਿਹਾਇਸ਼ ਦੇ ਘਿਰਾਓ ਦੇ ਦੌਰਾਨ ਸਿਰਫ ਪਾਠ ਕਰਕੇ ਵਾਪਸ ਆ ਜਾਣਗੇ ਸ਼ਾਮਾਂ ਨੂੰ 31 ਲੋਕਾਂ ਦਾ ਵਫਦ ਜਾਵੇਗਾ ਪਰ ਜਿਵੇਂ ਹੀ 12 ਵਜੇ ਤੋਂ ਬਾਅਦ ਇਹ 31 ਤੋਂ ਲੈ ਕੇ 34 ਲੋਕਾਂ ਦਾ ਵਫਦ ਜਾਂਦਾ ਹੈ ਉਹਨਾਂ ਨੂੰ ਬਰੂਹਾਂ ਟੱਪਣ ਨਹੀਂ ਦਿੱਤੀਆਂ ਜਾਂਦੀਆਂ ਰਾਹ ਦੇ ਵਿੱਚ ਘੇਰ ਕੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਤੋਂ ਜਿਹੜੇ ਉਹਨਾਂ ਦੇ ਇਲਜ਼ਾਮ ਨੇ ਧੱਕਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਧੱਕੇ ਦੇ ਇਲਜ਼ਾਮ ਉਸ ਵੇਲੇ ਵੀ ਲਗਾਏ ਜਾ ਰਹੇ ਨੇ ਸਿੱਧਾ ਸਭ ਨੂੰ ਪਤਾ ਹੈ ਕਿ 25 ਤੋਂ ਲੈ ਕੇ 32 ਤੱਕ ਦਾ ਸਮਾਂ ਹੋ ਚੁੱਕਿਆ 32 ਸਾਲਾਂ ਤੱਕ ਦਾ ਹਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਸੋ ਇਸੇ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਗਾਇਆ ਗਿਆ ਹੈ ਉਹ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਜਾਂ ਫਿਰ 328 ਸਵਰੂਪਾਂ ਦਾ ਜਾਂ ਫਿਰ ਬੇਅਦਬੀਆਂ ਦਾ ਤਾਂ ਜਿੱਥੇ ਕਿ ਇਸ ਮੋਰਚੇ ਦੇ ਵਿੱਚ ਵੱਖੋ ਵੱਖਰੀਆਂ ਸ਼ਖਸੀਅਤਾਂ ਸ਼ਮੂਲੀਅਤ ਪਾ ਕੇ ਮਜ਼ਬੂਤੀ ਦੇ ਰਹੀਆਂ ਨੇ ਮਹਿਲਾਵਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਸਾਥ ਦਿੱਤਾ ਜਾ ਰਿਹਾ ਹੈ ਉੱਥੇ ਹੀ ਇੱਕ ਮਹਿਲਾ ਤੇ ਮਹਿਲਾ ਦੇ ਨਾਲ ਇੱਕ ਐਡਵੋਕੇਟ ਨੇ ਰਿਤੂ ਕੌਰ ਤੇ ਸੋਸ਼ਲ ਐਕਟਿਵਿਸਟ ਵੀ ਨੇ ਗੱਲਬਾਤ ਕਰਾਂਗੇ ਗੱਲ ਕੀਤੀ ਜਾਵੇ ਮੈਂ ਸ਼ੁਰੂ ਇੱਥੋਂ ਹੀ ਕਰਾਂਗੀ ਕਿ 34 ਲੋਕ ਜਿਹੜੇ ਨੇ ਹਿਰਾਸਤ ਦੇ ਵਿੱਚ ਲੈ ਲਏ ਗਏ ਠੀਕ ਹੈ 34 ਲੋਕ ਜਿਹੜੇ ਲੈ ਲਏ ਗਏ ਨੇ ਹਾਲੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਖਾਲੀ 34 ਹੀ ਰਹਿਣਗੇ 34 ਪਲੱਸ 34 ਪਤਾ ਨਹੀਂ 34 ਲੱਖ ਕਿੰਨੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਡਰ ਗਏ ਅਸੀਂ ਇਹਨਾਂ ਦੀ ਧਮਕੀਆਂ ਤੋਂ ਤੁਸੀਂ ਸੁਣਿਆ ਹੋਣਾ ਮੰਚ ਤੋਂ ਇਹ ਆਦੇਸ਼ ਆਇਆ ਕਿ ਤੁਸੀਂ ਨਾ ਉਹਨਾਂ ਦੀ ਜ਼ਮਾਨਤ ਕਰਾਉਣੀ ਆ ਨਾ ਮਾਫੀ ਮੰਗਣੀ ਆ ਨਾ ਡਰਨਾ ਨਾ ਬਾਹਰ ਆਉਣਾ ਅਸੀਂ ਡਰਨ ਵਾਲੇ ਤੇ ਹੈਗੇ ਹੀ ਨਹੀਂ ਤੁਸੀਂ ਆ ਕੇ ਦੇਖ ਲਓ ਤੁਸੀਂ ਕਰ ਲਓ ਤੁਸੀਂ ਜੇ ਜ਼ਿਆਦਾ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੱਗਿਆ ਕਿ ਤੁਹਾਡੀ ਧਮਕੀਆਂ ਤੋਂ ਡਰ ਜਾਾਂਗੇ ਅਸੀਂ ਇੱਥੋਂ ਹੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦੇਣਾ ਭਰ ਲਓ ਫਿਰ ਕਰ ਲਓ ਕਿੰਨੀਆਂ ਜੇਲ੍ਹਾਂ ਆਪਣੀਆਂ ਕਿੰਨੀਆਂ ਜੇਲ੍ਹਾਂ ਕਰੋਗੇ ਖਾਲੀ ਔਰ ਕਿੰਨੀਆਂ ਜੇਲ੍ਹਾਂ ਬਣਾਓਗੇ ਨਵੀਆਂ ਬਣਾ ਲਓ ਤੁਸੀਂ ਤਿਆਰੀ ਰੱਖੋ ਸਾਡੀ ਲੰਬੀ ਤਿਆਰੀ ਆ ਇੱਥੇ ਭੈਣਾਂ ਦੀ ਵੀ ਤਿਆਰੀ ਹੈ ਭਾਈ ਸਾਹਿਬ ਜਿੰਨੇ ਵੀ ਹੈਗੇ ਮੇਰੇ ਵੀਰ ਜਿੰਨੇ ਬੈਠੇ ਸਾਰੇ ਲੰਬੀ ਤਿਆਰੀ ਤੋਂ ਆਏ ਕਿਉਂਕਿ ਸਭ ਬਹੁਤ ਤੰਗ ਹੋ ਚੁੱਕੇ ਇਹਨਾਂ ਤੋਂ ਸਾਰੇ ਭਰ ਚੁੱਕੇ ਨੇ ਬੇਈਮਾਨੀਆਂ ਇੰਨੀਆਂ ਹੋ ਚੁੱਕੀਆਂ ਨੇ ਇੰਨੇ ਸਾਡੇ ਨਾਲ ਧੱਕੇ ਹੋ ਚੁੱਕੇ ਨੇ ਕਿ ਹੁਣ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਆਪਣਾ ਹੱਕ ਮੰਗ ਕੇ ਨਹੀਂ ਲੈਣਾ ਹੁਣ ਖੋ ਕੇ ਲੈਣਾ ਸਿੱਧੀ ਗੱਲ ਤੁਸੀਂ ਗੱਲ ਕੀਤੀ ਜਾਵੇ ਤੁਸੀਂ ਕਿ ਐਡਵੋਕੇਟ ਕੀ ਕਾਨੂੰਨੀ ਨਹੀਂ ਹੈਗੀ ਮੈਂ ਸਕਾਲਰ ਹੈਗੀ ਆ ਪਰ ਇੱਕ ਸਿਆਸੀ ਨੌਲੇਜ ਤੁਸੀਂ ਇੱਕ ਚੰਗੇ ਪੱਧਰ ਦੇ ਉੱਤੇ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਕੀ ਹੈ ਕਿਉਂ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਜੇ ਆਪਾਂ ਉਹਦਾ ਗੱਲ ਕਰੀਏ ਤਾਂ ਬਾਰ-ਬਾਰ ਇਹ ਸਵਾਲ ਆਉਂਦਾ ਬਈ ਬੰਦੀ ਸਿੰਘਾਂ ਨੂੰ ਇਸ ਲਈ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਜੇਕਰ ਉਹ ਬਾਹਰ ਆ ਜਾਣਗੇ ਤਾਂ ਸੂਬੇ ਦਾ ਮਾਹੌਲ ਖਰਾਬ ਹੋ ਬਿਲकुल ਤੁਸੀਂ ਦੇਖਿਆ ਨਾ ਮਾਹੌਲ ਖਰਾਬ ਹੋ ਜਾਏਗਾ ਮਾਹੌਲ ਕੌਣ ਖਰਾਬ ਕਰਦਾ ਮੈਨੂੰ ਦੱਸੋ ਤੁਸੀਂ ਪੱਤਰਕਾਰ ਹੋ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਮਾਹੌਲ ਕੌਣ ਖਰਾਬ ਕਰਦਾ ਕੋਈ ਉੱਡ ਕੇ ਉਹ ਕੋਈ ਜੰਗਲੀ ਜਾਨਵਰ ਆਊਗਾ ਪੰਛੀ ਆਊਗਾ ਲੋਕ ਹੀ ਹੈ ਨਾ ਜਿਹੜੇ ਮਾਹੌਲ ਖਰਾਬ ਕਰਦੇ ਤੇ 26 ਤਰੀਕ ਨੂੰ ਕਿਉਂ ਨਹੀਂ ਮਾਹੌਲ ਖਰਾਬ ਹੋਇਆ 26 ਜਨਵਰੀ ਨੂੰ ਜਿਹੜੀ ਰੋਸ ਮਾਰਚ ਸੀਗੀ ਮਾਹੌਲ ਖਰਾਬ ਹੋ ਜਾਣਾ ਚਾਹੀਦਾ ਸੀਗਾ ਮਾਹੌਲ ਖਰਾਬ ਨਹੀਂ ਹੋਣਾ ਜਿਹੜਾ ਤੁਸੀਂ ਸਵਾਲ ਪੁੱਛਿਆ ਨਾ ਕਿ ਕਿਉਂ ਬਾਹਰ ਨਹੀਂ ਕੱਢਦੇ ਕਿਉਂ ਨਹੀਂ ਛੱਡਦੇ ਉਹ ਆ ਡਰ ਜਦ ਡਰ ਸਤਾਉਂਦਾ ਨਾ ਆਪਣੇ ਸਿਰ ਤੇ ਜਦ ਕਹਿੰਦੇ ਨਾ ਆਪਣੇ ਜਦ ਉਹਨੂੰ ਕਿੰਨਾ ਗਿੱਦੜ ਨੂੰ ਦਿਖਦਾ ਕਿ ਹਾਂਜੀ ਹੁਣ ਮੇਰੀ ਮੌਤ ਨੇੜੇ ਆਈ ਜਿਹਨੂੰ ਵੀ ਚੂਹੇ ਬਿੱਲੀ ਨੂੰ ਦਿਸਦਾ ਉਹ ਡਰਦਾ ਉਹ ਬਿਲ 'ਚ ਛੁਪ ਜਾਂਦਾ ਇਹ ਆ ਜਦ ਦਿਖ ਰਿਹਾ ਨਾ ਕਿ ਕੁਰਸੀ ਦਾ ਡਰ ਲਾਲਚ ਮੋਹ ਜਿਹੜਾ ਹੈਗਾ ਪਤਾ ਕਿ ਉਹ ਕੁਰਸੀ ਛਿੰਜੂਗੀ ਜੇ ਬਾਹਰ ਆ ਗਏ ਕਿਉਂਕਿ ਅਸੀਂ ਇੰਨੇ ਸਾਲ ਦੀ ਬੇਈਮਾਨੀ ਕੀਤੀ ਆ ਧੋਖਾ ਕੀਤਾ ਪੰਜਾਬ ਨਾਲ ਧੱਕਾ ਕੀਤਾ ਸਭ ਕੁਝ ਲਈ ਗਏ ਇਨ ਰਿਟਰਨ ਕੁਝ ਨਹੀਂ ਦਿੱਤਾ ਉਹ ਡਰ ਸਤਾਉਂਦਾ ਕਿ ਜਦ ਇਹ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਬਾਕੀ ਸਾਰੇ ਬੰਦੀ ਸਿੰਘ ਜਿਸ ਦਿਨ ਬਾਹਰ ਆ ਗਏ ਤੇ ਇਹਨਾਂ ਨੂੰ ਪਤਾ ਇਹ ਕੁਰਸੀ ਇਹਨਾਂ ਦੇ ਥੱਲੇ ਨਹੀਂ ਰਹਿਣੀ ਇਹਨਾਂ ਨੂੰ ਪਤਾ ਜਿੰਨਾ ਧੋਖਾ ਧੜੀ ਬੇਈਮਾਨੀ ਅਸੀਂ ਪੰਜਾਬ ਨਾਲ ਕੀਤਾ ਜਿਸ
ਤਰੀਕੇ ਨਾਲ ਅਸੀਂ ਪੰਜਾਬ ਦੇ ਇਲੈਕਸ਼ਨ ਨਹੀਂ ਹੋਣ ਦਿੰਦੇ, ਧੱਕੇ ਨਾਲ ਸਾਰੀਆਂ ਚੀਜ਼ਾਂ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਤੇ ਲਗਾਮ ਲੱਗ ਜੂਗੀ। ਔਰ ਜੇਲ੍ਹ ਵਿੱਚ ਜਿਹੜੇ ਸਿੱਧੇ ਲੋਕ ਬੈਠੇ ਨੇ, ਬੇਗੁਨਾਹ ਲੋਕ ਬੈਠੇ ਨੇ, ਉਹ ਰਿਪਲੇਸਮੈਂਟ ਹੋ ਜੂਗੀ। ਜੇਲ੍ਹ 'ਚ ਜਿਹੜੇ ਕੁਰਸੀ ਤੇ ਬੈਠੇ ਆ ਉਹ ਜੇਲ੍ਹ 'ਚ ਚੱਲ ਜਾਣਗੇ, ਜਿਹੜੇ ਜੇਲ੍ਹ 'ਚ ਹੈ ਉਹ ਬਾਹਰ ਆ ਜਾਣਗੇ। ਇਸ ਡਰ ਤੋਂ ਡਰ ਲੱਗਦਾ, ਇਸ ਕਰਕੇ ਉਹਨਾਂ ਨੂੰ ਰਿਹਾ ਨਹੀਂ ਕਰਦੇ। ਯੂਥ ਦੀ ਗੱਲ ਕੀਤੀ ਜਾਵੇ, ਤੁਸੀਂ ਵੀ ਇੱਕ ਯੂਥ ਹੋ। ਅੱਜ ਦੇ ਸਮੇਂ ਦੇ ਵਿੱਚ ਯੂਥ ਬਹੁਤ ਸਾਰੀਆਂ ਸਮੱਸਿਆਵਾਂ ਦੇ ਵੱਲੋਂ ਗੁਜ਼ਰਿਆ ਹੈ, ਉਹਨੂੰ ਚੰਗਾ ਮਾਹੌਲ ਨਹੀਂ ਮਿਲਦਾ ਪਿਆ। ਇਸੇ ਦੇ ਨਾਲ ਬੇਰੁਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਹੈ। ਪਰ ਗੱਲ ਕੀਤੀ ਜਾਵੇ, ਹਰ ਵਾਰ ਸਰਕਾਰਾਂ ਦੇ ਵੱਲੋਂ ਇਹ ਵਾਅਦੇ ਕੀਤੇ ਜਾਂਦੇ ਨੇ ਕਿ ਬੇਰੁਜ਼ਗਾਰੀ ਦਾ ਮੁੱਦਾ ਜਿਹੜਾ ਚੱਕਿਆ ਜਾਵੇਗਾ ਤੇ ਇਹ ਮੁੱਦਾ ਦੂਰ ਕਰ ਦਿੱਤਾ ਜਾਵੇਗਾ। ਉੱਥੇ ਹੀ ਟੈਂਕੀਆਂ ਤੇ ਚੜ੍ਹਨ ਨੂੰ ਅੱਜ ਵੀ ਜਿਹੜੇ ਨੌਜਵਾਨ ਆ ਉਹ ਮਜਬੂਰ ਨਜ਼ਰ ਆ ਰਹੇ ਨੇ। ਉੱਥੇ ਹੀ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਸਹੁੰ ਖਾਈਆਂ ਜਾਂਦੀਆਂ ਨੇ, ਗੁਟਕੇ ਸਾਹਿਬ ਚੱਕੇ ਜਾਂਦੇ ਨੇ, ਗੁਟਕਾ ਸਾਹਿਬ ਚੱਕ ਕੇ ਸਹੁੰ ਖਾਧੀ ਜਾਂਦੀ ਹੈ ਤੇ ਯਾਨੀ ਵੱਡੇ ਪੱਧਰ ਦੇ ਉੱਤੇ ਇਹ ਮੁੱਦੇ ਸੁਲਝਾਉਣ ਦੀ ਗੱਲ ਕੀਤੀ ਜਾਂਦੀ ਹੈ। ਪਰ ਸਰਕਾਰਾਂ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਉਦੋਂ ਸਭ ਕੁਝ ਬਦਲ ਜਾਂਦਾ। ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ। ਬੇਰੋਜ਼ਗਾਰੀ ਨਾ ਇੱਕ ਇਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਓਵਰਨਾਈਟ ਲੈ ਆਈਏ। ਬੇਰੋਜ਼ਗਾਰੀ ਸਟ੍ਰੈਟਜੀ ਆ, ਕਿਉਂਕਿ ਜਦ ਤੁਸੀਂ ਬੇਰੋਜ਼ਗਾਰ ਹੋ ਜਾਓਗੇ ਨਾ, ਜਦ ਤੁਹਾਡੇ ਕੋਲ ਦਾਣੇ ਹੀ ਨਹੀਂ ਰਹਿਣਗੇ, ਖਾਣ ਨੂੰ ਕੰਮ ਹੀ ਨਹੀਂ ਰਹੇਗਾ, ਤੇ ਤੁਸੀਂ ਕੀ ਕਰੋਗੇ? ਗਲਤ ਸੰਗਤੀਆਂ ਤੇ ਪਾਓਗੇ। ਤੁਸੀਂ ਜਿੱਦਾਂ ਸਾਡਾ ਯੂਥ ਨਸ਼ਿਆਂ 'ਚ ਜਾ ਰਿਹਾ, ਇਹ ਸਟ੍ਰੈਟਜੀ ਆ ਪੰਜਾਬ ਨੂੰ ਬਰਬਾਦ ਕਰਨ ਦੀ। ਕਿਉਂਕਿ ਤੁਹਾਡੇ ਕੋਲ ਜਦ ਕੋਈ ਕੰਮ ਨਹੀਂ ਹੈਗਾ, ਤੁਸੀਂ ਡਿਪਰੈਸਡ ਹੋ ਜਾਓਗੇ, ਜਾਂ ਯੂ ਐਂਡ ਅਪ ਕਮਿਟਿੰਗ ਸੁਸਾਈਡ, ਜਾਂ ਤਾਂ ਤੁਸੀਂ ਫਿਰ ਨਸ਼ੇ ਕਰੋਗੇ। ਇਹੋ ਜਿਹੀਆਂ ਚੀਜ਼ਾਂ ਨਾਲ ਪੰਜਾਬ ਨੂੰ ਬਰਬਾਦ ਕੀਤਾ। ਔਰ ਨਾਟ ਓਨਲੀ ਪੰਜਾਬ, ਪੂਰੇ ਦੇਸ਼ 'ਚ ਬੇਰੋਜ਼ਗਾਰੀ ਹੈ। ਸਾਡਾ ਬੇਰੋਜ਼ਗਾਰੀ ਦਾ ਸਤਰ ਛੋਟੇ ਛੋਟੇ ਦੇਸ਼ਾਂ ਤੋਂ ਉੱਪਰ ਆ। ਔਰ ਜਿੰਨਾ ਸਾਡੇ ਦੇਸ਼ 'ਚ ਬੇਰੋਜ਼ਗਾਰੀ, ਜਦ ਕਰੋਨਾ ਕਾਲ ਵਿੱਚ ਸਾਡੇ ਦੇਸ਼ 'ਚ ਬੇਰੋਜ਼ਗਾਰੀ ਮਲਟੀਪਲਾਈ ਹੋ ਗਈ। ਸਾਡੇ ਦੇਸ਼ 'ਚ ਇਹ ਹੋਇਆ, ਔਰ ਇਹ ਬਹੁਤ ਸਟ੍ਰੈਟਜੀ ਨਾਲ ਹੋਇਆ। ਤੁਸੀਂ ਦੇਖੋ, ਆਕਸਫੈਮ ਇੱਕ ਮੈਗਜ਼ੀਨ ਆ ਬਹੁਤ ਵੱਡੀ, ਉਹਦੀ ਰਿਪੋਰਟ ਕੀ ਕਹਿੰਦੀ ਆ ਕਿ ਇਸ ਦੇਸ਼ ਦੇ ਵਿੱਚ ਖਾਲੀ 10 ਤੋਂ 20 ਲੋਕ ਐਸੇ ਹੈ ਜਿਨ੍ਹਾਂ ਕੋਲ ਇੰਡੀਆ ਦੀ ਪੂਰੀ ਵੈਲਥ 90% ਵੈਲਥ ਆ। ਕਿੱਦਾਂ? ਕਿਉਂ ਸਵਾਲ ਨਹੀਂ ਪੁੱਛਦੇ ਅਸੀਂ? ਕਿਉਂ ਪੰਜਾਬ ਸਰਕਾਰ ਸਵਾਲ ਨਹੀਂ ਪੁੱਛਦੀ? ਕਿਉਂ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ, ਜਿਹੜੇ ਗੁਲਾਮੀ ਦਲਾਲੀ ਕਰਨ ਲੱਗੇ, ਉਹ ਕਿਉਂ ਨਹੀਂ ਪੁੱਛਦੇ ਕਿ ਇਹ ਸਾਰੀਆਂ ਚੀਜ਼ਾਂ ਤੇ ਸਾਡਾ ਅਧਿਕਾਰ ਆ, ਸਾਡਾ ਹੱਕ ਵੀ ਹੈਗਾ? ਉਹ ਖਾਲੀ 20 ਲੋਕ, 20% ਵੀ ਨਹੀਂ, ਓਨਲੀ 20 ਪੀਪਲ 90% ਵੈਲਥ ਇੰਡੀਆ ਦੀ ਹੋਲਡ ਕਰਦੇ ਨੇ। ਆ ਰਿਪੋਰਟ ਹੈਗੀ ਹੈ ਜੈਨੂਇਨ। ਕਿਉਂ? ਇਹ ਸਟ੍ਰੈਟਜੀ ਨਾਲ ਹੋ ਰਿਹਾ। ਸਾਡਾ ਟੈਕਸ ਪੇਇੰਗ ਦਾ ਪੈਸਾ ਤੋਂ ਜਾਂਦਾ ਵੱਡਾ ਵੱਡਾ ਲੋਨ, ਜਿਹੜਾ ਅੰਦਾਨੀ ਅੰਬਾਨੀ ਵਰਗੇ ਵੱਡੇ ਵੱਡੇ ਇੰਡਸਟਰੀਲਿਸਟ ਨੂੰ ਮਿਲਦਾ, ਫਿਰ ਉਹਨਾਂ ਨੂੰ ਉਹ ਲੋਨ ਦੇ ਕੇ ਮਾਫ ਕੀਤਾ ਜਾਂਦਾ, ਉਹਨਾਂ ਨੂੰ ਉਹ ਲੋਨ ਦੇ ਕੇ ਬਾਹਰ ਭੇਜ ਦਿੰਦਾ ਦੇ ਜਾਂਦੇ। ਤੁਸੀਂ ਸਾਰੇ 에ਅਰਪੋਰਟ ਜਾਂਦੇ ਹੋ, ਦੇਖਦੇ ਹੋ ਨਾ ਕਿੰਨੀ ਚੈਕਿੰਗ ਹੈ। ਫਿਰ ਕਿੰਨਾ ਭੱਜ ਜਾਂਦੇ ਨੇ ਨੀਰਵ ਮੋਦੀ, ਕਿੱਦਾਂ ਭੱਜ ਜਾਂਦੇ ਨੇ ਮੇਹੁਲ ਚੋਕਸੀ, ਕਿੱਦਾਂ ਭੱਜ ਜਾਂਦਾ ਵਿਜੇ ਮਾਲਿਆ। ਹੁਣ ਬਾਰੀ ਆ ਗਈ ਅਦਾਨੀ ਦੀ। ਅਦਾਨੀ ਦਾ ਤੁਸੀਂ ਸਕੈਮ ਵੇਖ ਲਿਆ ਨਾ, ਹੁਣ ਤੁਹਾਨੂੰ ਅਦਾਨੀ ਲੱਭੂਗਾ ਭੱਜਦਾ ਬੜੀ ਛੇਤੀ। ਉਹ ਦਿਨ ਦੂਰ ਨਹੀਂ ਜਿਸ ਦਿਨ ਮੋਦੀ ਵੀ ਝੋਲਾ ਲੈ ਕੇ ਭੱਜਦਾ ਤੁਹਾਨੂੰ ਨਜ਼ਰ ਆਊਗਾ, ਕਿਉਂਕਿ ਸਭ ਕੁਝ ਖਤਮ ਕਰਤਾ। ਇਹ ਪਰ ਜੋ ਵੀ ਯੂਥ ਇੱਥੇ ਬੈਠਿਆ, ਕਿਉਂਕਿ ਇਹ ਜਿਹੜਾ ਯੂਥ ਤੁਸੀਂ ਦੇਖ ਰਹੇ ਹੋ ਨਾ, ਇਹ ਨਾ ਚਿਣਕ ਲੱਗੀ ਅੰਦਰ। ਇਹ ਯੂਥ ਨਾ ਹੁਣ ਜਾਗਰੂਕ ਆ, ਠੀਕ ਆ। ਇਹ ਕਿਸੇ ਨੇ ਨਾ ਬਾਬਾ ਜੀ ਨੂੰ ਇੱਥੇ ਖੜੇ ਸੀਗੇ, ਬਾਬਾ ਜੀ ਨੇ ਕਿਸੇ ਨੇ ਆਪਣਾ ਯੁਵਾ ਜਿਹੜਾ ਯੂਥ ਨਿਹੰਗ ਬਾਬਾ ਬਣੇ ਹੋਏ ਨਵੇਂ ਬਾਬਾ ਜੀ ਨੇ ਕਿਹਾ ਮੇਰੀ 63 ਸਾਲ ਉਮਰ ਹੋ ਗਈ, ਬਸ ਹੁਣ ਜੇ ਜੀਵਨ ਕੌਮ ਦੇ ਨਾਂ ਵੀ ਲੱਗੇ, ਕੁਰਬਾਨੀ ਵੀ ਦੇਣੀ ਪੜੇ ਨਾ, ਮਰਨਾ ਵੀ ਪਵੇ, ਮੈਂ ਮਰਾਂਗਾ। ਉਹ ਨਿਹੰਗ ਬਾਬੇ ਨੇ ਛੋਟੇ ਜਿਹੇ ਕਿਹਾ ਕਿ ਬਾਬਾ ਜੀ ਤੂੰ ਕਿੱਥੇ ਗੱਲਾਂ ਕਰਦਾ ਮਰਨ ਦੀਆਂ, ਤੇਰਾ ਨੰਬਰ ਤੇ ਬਹੁਤ ਬਾਅਦ ਦਾ, ਪਹਿਲਾ ਨੰਬਰ ਸਾਡਾ। ਇਹ ਕੀ ਆ? ਇਹ ਚਿਣਕ ਜਿਹੜੀ ਉਹ ਅੰਦਰੋਂ ਨਾ, ਇਹ ਜਥੇਦਾਰ ਅਕਾਲ ਤਖਤ ਦੇ ਉਹਨਾਂ ਨੇ ਜਗਾਤਾ। ਔਰ ਇਹ ਇੱਕ ਦੇ ਅੰਦਰ ਨਹੀਂ ਆ, ਇਹ ਹਰ ਬੱਚੇ ਦੇ ਹਰ ਇੱਕ ਯੂਥ ਦੇ ਅੰਦਰ ਉਹ ਅੱਗ ਲੱਗ ਚੁੱਕੀ ਹੈ, ਚਿੰਗਾਰੀ ਲੱਗ ਚੁੱਕੀ ਹੈ, ਉਹ ਜਾਗਰੂਕਤਾ ਆ ਚੁੱਕੀ ਹੈ। ਉਹ ਕੌਮ ਲਈ ਉਹ ਜਿਹੜਾ ਧੱਕਾ ਪਤਾ ਚੱਲ ਰਿਹਾ ਨਾ ਹੋ ਰਿਹਾ, ਉਹ ਆ ਚੁੱਕਾ ਹੈ। ਅਸੀਂ ਜਾਗਰੂਕ ਹੋ ਚੁੱਕੇ ਹਾਂ। ਸਾਨੂੰ ਪਤਾ ਚੱਲ ਰਿਹਾ ਹੈ ਕਿ ਕਿੱਦਾਂ ਸਾਡਾ ਸਾਰਾ ਸਿਸਟਮ ਖਤਮ ਕੀਤਾ ਜਾ ਰਿਹਾ। ਸਾਡੇ ਸਾਰੇ ਸਰਕਾਰੀ ਜਿਹੜੇ ਇੰਸਟੀਟਿਊਸ਼ਨ ਹੈਗੇ, ਜਿੱਥੇ ਕੋਈ ਗਰੀਬ ਦਾ ਬੱਚਾ ਜਾ ਕੇ ਪੜ੍ਹ ਸਕਦਾ ਆਰਾਮ ਨਾਲ, ਬਿਨਾਂ ਫੀਸ ਦੇ ਕੇ ਹਸਪਤਾਲਾਂ ਤੋਂ ਇਲਾਜ ਕਰਾ ਸਕਦਾ, ਘੱਟ ਚੀਜ਼ਾਂ ਤੇ ਰੇਲਵੇ 'ਚ ਟਰੈਵਲ ਕਰ ਸਕਦਾ, ਰੇਲ 'ਚ ਜਾ ਸਕਦਾ, ਉਹ ਸਾਰੀਆਂ ਚੀਜ਼ਾਂ ਮਹਿੰਗੀ ਕੀਤੀਆਂ ਜਾ ਰਹੀਆਂ ਨੇ, ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨੇ, ਖਤਮ ਕੀਤਾ ਜਾ ਰਿਹਾ ਹੈ। ਅਸੀਂ ਮਿਹਨਤ ਕਰਦੇ ਹਾਂ, ਟੈਕਸ ਦਾ ਪੈਸਾ ਦਿੰਦੇ, ਟੈਕਸ ਜਿਹੜਾ ਭਰਦੇ ਆ, ਉਸ ਟੈਕਸ ਦੇ ਪੈਸੇ ਤੋਂ ਇਹ ਬੇਈਮਾਨੀ ਕਰਕੇ ਆਪਣੀ ਝੂਠੀਆਂ ਮੀਡੀਆ ਖਰੀਦਦੇ ਨੇ। ਇਹ ਉਹ ਹੋ ਰਿਹਾ। ਉਸ ਯੁਵਾ ਜਾਗਰੂਕ ਹੋ ਗਿਆ। ਯੁਵਾ ਹੁਣ ਇਹਨਾਂ ਤੋਂ ਸਵਾਲ ਪੁੱਛੂਗਾ, ਸੜਕਾਂ ਤੇ ਆਏਗਾ, ਅੰਦੋਲਨ ਕਰੇਗਾ, ਚੁੱਪ ਨਹੀਂ ਬੈਠੇਗਾ। ਸੜਕਾਂ ਹੁਣ ਸੁਨਸਾਨ ਨਹੀਂ ਰਹਿਣਗੀਆਂ। ਜੀ, ਤੁਹਾਨੂੰ ਕੀ ਲੱਗਦਾ ਸੂਬਾ ਸਰਕਾਰ ਜ਼ਿੰਮੇਵਾਰ ਹੈ ਇਸ ਲਈ, ਜਾਂ ਫਿਰ ਕੇਂਦਰ ਸਰਕਾਰ ਜ਼ਿੰਮੇਵਾਰ ਹੈ? ਕਿਉਂਕਿ ਗੱਲ ਕੀਤੀ ਜਾਵੇ, ਜਿਵੇਂ ਪਹਿਲਾਂ ਵੀ ਕੁਝ ਪੱਤਰਕਾਰਾਂ ਦੇ ਵੱਲੋਂ ਸਵਾਲ ਤੁਹਾਨੂੰ ਇਹ ਵੀ ਪੁੱਛਿਆ ਗਿਆ ਕਿ ਤਾਮਿਲਨਾਡੂ ਦੇ ਵਿੱਚ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਮਤਾ ਪਾਇਆ ਜਾਂਦਾ ਹੈ ਤੇ ਅਜਿਹਾ ਸੰਭਵ ਹੋ ਜਾਂਦਾ ਹੈ ਕਿ ਉਹ ਕਾਤਲ ਜਿਹੜੇ ਛੱਡ ਦਿੱਤੇ ਜਾਂਦੇ ਨੇ। ਇਸੇ ਤਰ੍ਹਾਂ ਬਿਲਕਿਸ ਬਾਨੋ ਦਾ ਜ਼ਿਕਰ ਬਾਰ-ਬਾਰ ਆਉਂਦਾ ਜਦੋਂ ਵੀ ਅਸੀਂ ਵੀ ਕਵਰੇਜ ਕਰ ਰਹੇ ਹਾਂ ਕਿ ਉਹ 3 ਲੋਕ ਜਿਹੜੇ ਨੇ ਉਹ ਛੱਡ ਦਿੱਤੇ ਜਾਂਦੇ ਨੇ,
ਉੱਥੇ ਰਾਮ ਰਹੀਮ ਹੈ। ਤਾਂ ਕੀ ਲੱਗਦਾ ਵੀ ਇਹ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਸਕਦੀ ਹੈ ਤੇ ਕਿਉਂ ਨਹੀਂ ਪਾਇਆ? ਬਿਲਕੁਲ ਪਾ ਸਕਦੀ ਹੈ, ਸਰਕਾਰ ਕੋਲ ਤਾਂ ਸਾਰੀ ਪਾਵਰ ਹੈ। ਮੈਂ ਹੁਣੇ ਇੰਟਰਵਿਊ 'ਚ ਕਿਹਾ ਕਿ ਅੱਜ ਦਿਨ ਤੱਕ ਕਿੰਨੇ ਸਾਲ ਹੋ ਗਏ ਆਜ਼ਾਦੀ ਨੂੰ ਵੀ, ਅੱਜ ਦਿਨ ਤੱਕ ਪੰਜਾਬ ਵਿੱਚ ਸਿੱਖਾਂ ਦੀ ਹੱਕ ਦੀ ਗੱਲ ਕਰਨ ਵਾਲੀ ਸਰਕਾਰ ਨਹੀਂ ਆਈ, ਅੱਜ ਦਿਨ ਤੱਕ ਨਹੀਂ ਆਈ। ਕਿਸੇ ਨੇ ਹੱਕ ਦੀ ਗੱਲ ਨਹੀਂ ਕੀਤੀ, ਸਾਰਿਆਂ ਨੇ ਠੱਗਿਆ, ਬੇਈਮਾਨੀ ਕੀਤੀ ਤੇ ਉਹਨਾਂ ਦੇ ਨਾਲ ਜਾ ਕੇ ਮਿਲ ਕੇ ਉਹਨਾਂ ਦੀ ਨਾਲ ਬਹਿ ਕੇ ਦਲਾਲੀ ਕੀਤੀ। ਜੇ ਇਹ ਸਰਕਾਰ ਜਿਹੜੀ ਕਹਿੰਦੀ ਹੈ, ਜਿੱਦਾਂ ਹੁਣ ਭਗਵੰਤ ਮਾਨ ਬੈਠਿਆ, ਜੇ ਆਪਣਾ ਸਾਡਾ ਹਿਮਾਇਤੀ ਹੈਗਾ ਕਿਉਂਕਿ ਉਹ ਵੀ ਸਿੱਖ ਹੈਗਾ, ਜੇ ਸੱਚਾ ਹਿਮਾਇਤੀ ਹੈਗਾ, ਕਰੋ ਅਸੈਂਬਲੀ 'ਚ ਰੈਜ਼ੋਲੂਸ਼ਨ ਪਾਸ। 5 ਮਿੰਟ ਦਾ ਕੰਮ ਹੈ, ਇੱਕ ਬੈਠਕ ਬੁਲਾਓ, ਅਸੈਂਬਲੀ 'ਚ ਰੈਜ਼ੋਲੂਸ਼ਨ ਪਾਸ ਕਰੋ ਔਰ ਕਹੋ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੁੰਦੇ ਹਾਂ। ਸੈਂਟਰਲ ਸਰਕਾਰ ਅੱਗੇ ਝੁਕ ਜਾਏਗੀ। ਸੈਂਟਰ ਸਰਕਾਰ ਦੇ ਕੋਲ ਆਪਸ਼ਨ ਹੀ ਨਹੀਂ ਰਹੇਗਾ ਕਿਉਂਕਿ ਇਹਨਾਂ ਕੋਲ ਪਾਵਰ ਹੈਗੀ ਆ, ਇਹਨਾਂ ਇਹ ਕਰ ਸਕਦੇ ਨੇ। ਲੇਕਿਨ ਇਹ ਕਿਉਂ ਨਹੀਂ ਕਰ ਰਹੇ? ਕਿਉਂਕਿ ਇਹ ਬੇਈਮਾਨ ਹੈਗੇ ਨੇ, ਇਹ ਵੀ ਡਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਅਸੀਂ ਬੇਈਮਾਨੀ ਨਾਲ ਆਏ ਹਾਂ। ਮੈਂ ਕਿਹਾ ਇਹ ਬੀ ਟੀਮ ਹੈਗੀ ਆ, RSS ਕੇ 2 ਲਾਲ, ਇੱਕ ਮੋਦੀ, ਦੂਸਰਾ ਕੇਜਰੀਵਾਲ, ਔਰ ਜਿਹੜਾ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਉਹ ਸਭ ਤੋਂ ਵੱਡਾ ਦਲਾਲ। ਇਹ ਹੋ ਰਿਹਾ, ਦਲਾਲਗਿਰੀ ਹੋ ਰਹੀ ਹੈ ਔਰ ਯੂਥ ਦੇਖ ਰਿਹਾ, ਆਪਣੀ ਅੱਖਾਂ ਨਾਲ ਅਸੀਂ ਦੇਖ ਰਹੇ ਹਾਂ ਜੋ ਇਹ ਚੀਜ਼ ਕਰ ਸਕਦੇ ਆ ਲੇਕਿਨ ਨਹੀਂ ਕਰ ਰਹੇ ਕਿਉਂਕਿ ਆਖਾਂ ਨੂੰ ਖੁਸ਼ ਕਰਨਾ ਜਿਹੜਾ ਉੱਪਰ ਬੈਠਿਆ ਉਹਨੇ ਬੇਈਮਾਨੀ ਨਾਲ ਸਾਰੀਆਂ ਪੰਜਾਬ ਦੀਆਂ ਚੀਜ਼ਾਂ ਨੂੰ ਖਤਮ ਕੀਤਾ। ਇਹ ਧੱਕਾ ਹੋ ਰਿਹਾ ਜੀ। ਨਸ਼ੇ ਦੇ ਨਾਲ ਪੂਰੀ ਤਰ੍ਹਾਂ ਪੂਰਾ ਪੰਜਾਬ ਖਰਾਬ ਹੁੰਦਾ ਹੈ। ਰੰਗਲਾ ਪੰਜਾਬ ਡੈਫੀਨੇਸ਼ਨ ਹੀ ਹੁਣ ਕਹਿ ਸਕਦੇ ਆ ਚੇਂਜ ਹੋ ਗਈ ਹੈ। ਲੱਖਾਂ ਮਾਵਾਂ ਦੀਆਂ ਗੋਦਾਂ ਜਿਹੜੀਆਂ ਸੁੰਨੀਆਂ ਹੁੰਦੀਆਂ ਜਾ ਰਹੀਆਂ ਨੇ। ਕਿੱਦਾਂ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਸੋਲਵ ਹੋ ਸਕਦਾ? ਬਿਲਕੁਲ ਸੋਲਵ ਹੋ ਸਕਦਾ ਜੀ। ਜਿੱਦਾਂ ਯੁਵਾ ਪੜ੍ਹਾ ਲਿਖਾ ਹੋ ਗਿਆ, ਜਾਗਰੂਕ ਹੋ ਗਿਆ, ਸਵਾਲ ਕਰਨਾ ਨਾ ਸਾਡਾ ਡੈਮੋਕ੍ਰੇਸੀ ਹੈ ਨਾ, ਸਾਡਾ ਲੋਕਤੰਤਰ ਅਧਿਕਾਰ ਆ। ਮੇਰਾ ਕਨਸਟੀਟਿਊਸ਼ਨ ਮੈਨੂੰ ਉਹ ਰਾਈਟ ਦਿੰਦਾ। ਜੇ ਅਸੀਂ ਇੱਕ ਹੋ ਜਾਈਏ ਨਾ, ਅਸੀਂ ਆਪਣੇ ਪਿੰਡਾਂ 'ਚੋਂ ਸਭ ਤੋਂ ਪਹਿਲੇ ਸ਼ੁਰੂਆਤ ਕਰੀਏ। ਉੱਥੇ ਅਸੀਂ ਜਿਹੜੇ ਇੱਕ ਦੂਜੇ ਨਾਲ ਵਿਤਕਰਾ ਕਰਦੇ ਆ ਨਾ, ਛੋਟੀ ਜਾਤਾਂ ਵਾਲੇ ਨਾਲ ਜਾਂ ਗਰੀਬਾਂ ਨਾਲ ਧੱਕਾ ਕਰਦੇ ਨਾ, ਜਿਸ ਦਿਨ ਅਸੀਂ ਇਹ ਸਾਰੀ ਚੀਜ਼ਾਂ ਖਤਮ ਕਰਕੇ ਜੋ ਸਾਨੂੰ ਗੁਰੂਆਂ ਨੇ ਸਿੱਖਿਆ ਦਿੱਤੀ ਸੀਗੀ ਉਸ ਦਾਤਾਂ ਦੇ ਜੇ ਅਸੀਂ ਚੱਲ ਪਈਏ ਨਾ, ਅਸੀਂ ਆਪਸੀ ਭਾਈਚਾਰਾ ਪਿਆਰ ਸਮਝੀਏ ਨਾ, ਅਸੀਂ ਇਹ ਸਮਝੀਏ ਕਿ ਅਸੀਂ ਘੱਟ ਗਿਣਤੀ ਵਾਲੇ ਇਕੱਲੇ ਨਹੀਂ ਹੈਗੇ। ਜਿੰਨੇ ਬਾਕੀ ਸਾਰੇ ਘੱਟ ਗਿਣਤੀ ਵਾਲੇ, ਜਿੰਨੇ ਸਾਰੇ ਸ਼ੋਸ਼ਿਤ, ਪੀੜਿਤ, ਗਰੀਬ, ਦਲਿਤ, ਆਦੀਵਾਸੀ, ਬੈਕਵਰਡ ਕਲਾਸ, ਸਾਰੇ ਇੱਕ ਹੋ ਜਾਈਏ, ਇੱਕ ਹੋ ਕੇ ਲਲਕਾਰੀਏ, ਆਵਾਜ਼ ਚੱਕੀਏ ਇੱਕ ਪਲੇਟਫਾਰਮ ਤੇ ਆ ਕੇ। ਜਿੱਦਾਂ ਆਹ ਪਲੇਟਫਾਰਮ ਆ, ਇੱਥੇ ਆਓ, ਇੱਥੇ ਆਪਣੀ ਹਾਜ਼ਰੀ ਭਰੋ, ਇੱਥੇ ਆਓ। ਇਸ ਅੰਦੋਲਨ ਨੇ ਖਾਲੀ ਤੁਹਾਨੂੰ ਜਥੇਦਾਰ ਨੂੰ ਬਾਹਰ ਲਿਆਣਾ ਨਹੀਂ ਹੈ, ਇਸ ਅੰਦੋਲਨ ਨੇ ਬਹੁਤ ਵੱਡਾ ਕੰਮ ਕਰਨਾ ਹੈ। ਇਹ ਅੰਦੋਲਨ ਆਉਣ ਵਾਲੀ ਪੰਜਾਬ ਦੀ ਰਾਜਨੀਤੀ, ਪੰਜਾਬ ਦਾ ਭਵਿੱਖ, ਪੰਜਾਬ ਦੇ ਫਿਊਚਰ ਨੂੰ ਤੈਅ ਕਰੂਗਾ। ਪੰਜਾਬ ਦੇ ਵਿੱਚ ਜੋ ਧੱਕਾ ਹੋ ਰਿਹਾ, ਜਾਣਬੁੱਝ ਕੇ ਜੋ ਡਰੱਗਸ ਲਈਆਂ ਜਾ ਰਹੀਆਂ, ਜੋ ਬਰਬਾਦ ਕਰ ਰਹੇ ਨੇ। ਗੱਲ ਕਰੀਏ ਅੰਮ੍ਰਿਤਸਰ ਤੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ, ਅਸੀਂ ਰੋਜ਼ ਖਬਰਾਂ ਨਸ਼ਰ ਕਰਦੇ ਹਾਂ ਤੇ ਟੀਕੇ ਲਗਾਉਂਦੇ ਹੋਏ ਛੋਟੇ ਛੋਟੇ ਬੱਚੇ ਨਜ਼ਰ ਆ ਰਹੇ ਨੇ। ਕਹਿ ਸਕਦੇ ਕਿ ਕੁਝ ਤਸਵੀਰਾਂ ਜਿਹੜੀਆਂ ਹੁੰਦੀਆਂ ਦਿਲ ਨੂੰ ਵਲੂੰਦਰ ਕੇ ਰੱਖ ਦੇਣ ਵਾਲੀਆਂ ਹੁੰਦੀਆਂ ਨੇ। ਤਾਂ ਅਜਿਹੇ ਦੇ ਵਿੱਚ ਫਿਰ ਲੱਗਦਾ ਸ਼ਾਇਦ ਇਹੀ ਕਾਰਨ ਆ ਕਿ ਹਰ ਕੋਈ ਚਾਹੁੰਦਾ, ਹਰ ਮਾਂ ਚਾਹੁੰਦੀ ਆ ਵੀ ਉਹਦੀ ਬੇਟੀ ਜਾਂ ਉਸਦਾ ਬਿਸਦਾ ਬੇਟਾ ਬਾਹਰ ਚਲਾ ਜਾਵੇ। ਤਾਂ ਹਰ ਕੋਈ ਆਪਣੇ ਆਪ ਨੂੰ ਹੁਣ ਬਾਹਰ ਦੇ ਵਿੱਚ ਹੀ ਸੁਰੱਖਿਅਤ ਮਹਿਸੂਸ ਕਰ ਰਿਹਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਚਾਹੁੰਦੇ ਨੇ, ਬਟ ਦੈਟ ਇਜ਼ ਨਾਟ ਅ ਸੋਲੂਸ਼ਨ। ਕਿਆ ਪਰਮਾਨੈਂਟ ਸੋਲੂਸ਼ਨ ਹੈ? ਤੁਸੀਂ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਛੱਡ ਦੋਗੇ? ਇਦਾਂ ਪੰਜਾਬ ਨੂੰ ਬਰਬਾਦ ਹੋਣ ਦੋਗੇ? ਪੰਜਾਬ ਨੂੰ ਚੋਰ ਲੁੱਟ ਜਾਣਗੇ। ਜਿਹੜੇ 2-2.5% ਲੋਕ ਉੱਪਰ ਬੈਠ ਕੇ ਰਾਜ ਕਰ ਰਹੇ ਆ, ਉਹ ਕਾਲੇ ਅੰਗਰੇਜ਼ਾਂ ਨੂੰ ਤੁਸੀਂ ਭਗਾਉਣਾ। ਤੁਹਾਡਾ ਦੇਸ਼ ਆ, ਤੁਹਾਡੀ ਜ਼ਮੀਨ ਆ, ਤੁਹਾਡਾ ਪੰਜਾਬ ਆ, ਤੁਹਾਡਾ ਭਾਰਤ ਆ, ਤੁਸੀਂ ਉਹਨਾਂ ਨੂੰ ਭਜਾਣਾ ਹੈ? ਤੁਸੀਂ ਆਪਣੇ ਬੱਚਿਆਂ ਨੂੰ ਭਜਾ ਕੇ ਬਾਹਰ ਭੇਜਣਾ? ਦੈਟ ਇਜ਼ ਨਾਟ ਦ ਸੋਲੂਸ਼ਨ। ਤੁਸੀਂ ਜਾਗਰੂਕ ਹੋਵੋ, ਤੁਸੀਂ ਏਕਾ ਪਾਓ। ਤੁਸੀਂ ਪਹਿਲੇ ਦੂਜੇ ਨੂੰ ਕਰੈਕਟ ਕਰਨ ਤੋਂ ਪਹਿਲੇ, ਦੂਜੇ ਦੀ ਲਕੀਰ ਮਿਟਾਉਣ ਤੋਂ ਪਹਿਲੇ ਆਪਣੀ ਲਕੀਰ ਉੱਚੀ ਕਰੋ। ਆਪਣੇ ਆਪ ਦੇ ਅੰਦਰ ਦੇਖੋ, ਕਿਉਂ ਵਿਤਕਰਾ ਕਰਦੇ ਹੋ? ਕਿਉਂ ਪੰਜਾਬ 'ਚ ਬਹਿ ਕੇ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਹੋ? ਕਿਉਂ ਆਪਸ 'ਚ ਪਿਆਰ ਨਹੀਂ ਲੈਂਦੇ? ਕਿਉਂ ਗੁਰੂ, ਮੈਂ ਬਾਰ-ਬਾਰ ਕਹਿ ਰਹੀ ਹਾਂ, ਜੋ ਸਿਖਲਾਈਆਂ ਤੁਹਾਨੂੰ ਮਹਾਰਾਜ ਨੇ ਦਿੱਤੀਆਂ, ਜਿੱਥੇ ਤੁਹਾਡੇ ਗੁਰੂਆਂ ਨੇ ਡਿਫਰੈਂਸਿਸ ਖਤਮ ਕੀਤੇ, ਤੁਹਾਨੂੰ ਇੱਕ ਜਗ੍ਹਾ ਬਿਠਾਇਆ ਸਾਰਿਆਂ ਨੂੰ, ਤੁਸੀਂ ਉਸ ਗਲਤ ਰਸਤੇ ਜਾ ਰਹੇ ਹੋ। ਗਲਤ ਰਸਤੇ ਆਪਣੇ ਯੂਥ ਨੂੰ ਪਾ ਕੇ ਤੁਸੀਂ ਸੋਚਦੇ ਹੋ ਬਾਹਰ ਭੱਜ ਕੇ ਜਾਣਾ, ਦੈਟ ਇਜ਼ ਦ ਸੋਲੂਸ਼ਨ। ਦੈਟ ਇਜ਼ ਨਾਟ ਦ ਸੋਲੂਸ਼ਨ। ਅਸੀਂ ਵੀ ਤਾਂ ਪੜ੍ਹ ਕੇ ਆਏ ਹਾਂ ਨਾ, ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ, ਪੰਜਾਬ 'ਚ ਵਾਪਸ ਆ ਕੇ ਆਪਣੇ ਅਧਿਕਾਰਾਂ ਲਈ ਬੋਲ ਰਿਹਾ। ਮੈਨੂੰ ਖਾ ਜਾਣਗੇ ਕਿ ਇਸ ਦੇਸ਼ ਦੇ ਵਿੱਚ ਸੰਵਿਧਾਨ ਹੈਗਾ, ਕਨਸਟੀਟਿਊਸ਼ਨ ਹੈਗਾ। ਔਰ ਰਿਮਾਈਂਡ ਕਰਾਉਣਾ ਹੈ 545 ਲੋਕ ਜਿਹੜੇ ਸੰਸਦ 'ਚ ਬੈਠੇ, ਦੇਸ਼ ਨਹੀਂ ਹੈ, ਦੇਸ਼ ਅਸੀਂ ਹਾਂ। ਅਸੀਂ ਕਿੰਗ ਮੇਕਰਸ ਹੈਗੇ ਹਾਂ, ਅਸੀਂ ਰਾਜੇ ਹੈਗੇ ਹਾਂ, ਅਸੀਂ ਬਣਾਏ ਉਹਨਾਂ ਨੂੰ। ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਨਾਲ ਧੱਕਾ ਹੋ ਰਿਹਾ, ਬਦਲ ਦਿਓ ਰਾਜਨੀਤੀ, ਬਹਿ ਜਾਓ ਕੁਰਸੀਆਂ ਮੰਨ ਲਓ, ਉੱਥੇ ਬੈਠੋ। ਕਿਉਂ ਦਿੱਤੀ ਕਲਮ ਦੀ ਤਾਕਤ ਉਹਨਾਂ ਚੋਰਾਂ ਨੂੰ, ਗੱਦਾਰਾਂ ਨੂੰ ਕਿਉਂ ਦਿੱਤੀ ਹੈ? ਉਹ ਉਸੇ ਕਲਮ ਦੀ ਤਾਕਤ ਜਿਹੜੀ ਤੁਸੀਂ ਉਹਨਾਂ ਨੂੰ ਦਿੱਤੀ ਹੈ, ਉਹ ਤਲਵਾਰ ਵਾਂਗ ਇਸਤੇਮਾਲ ਕਰਕੇ ਤੁਹਾਡੇ ਬੱਚਿਆਂ ਦਾ ਭਵਿੱਖ, ਤੁਹਾਡਾ ਗਲਾ ਕੱਟ ਰਹੇ ਨੇ। ਤਾਂ ਉਹ ਤਾਕਤ ਆਪਣੇ ਕੋਲ ਵਾਪਸ ਲਿਆਓ ਔਰ ਉਹ ਕਰਨਗੇ। ਇਹ ਮੋਰਚਾ ਤੈਅ ਕਰੂਗਾ। ਜਥੇਦਾਰ ਜਗਤਾਰ ਸਿੰਘ ਵਾਰਾ ਜਿਸ ਦਿਨ ਬਾਹਰ ਆ ਗਏ, ਉਸ ਦਿਨ ਤੁਹਾਡੀ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਮਿਲ ਜਾਏਗਾ। ਗੱਲ ਕੀਤੀ ਜਾਵੇ ਖਾਲਿਸਤਾਨ ਦੇ ਨਾਮ ਦੇ ਨਾਲ ਹੁਣ ਇਸ ਮੋਰਚੇ ਨੂੰ ਜੋੜਿਆ ਜਾ ਰਿਹਾ, ਤੇ ਤੁਸੀਂ ਇਹ ਵੀ ਕਹਿੰਦੇ ਨਜ਼ਰ ਆਏ ਬਈ ਜੇ ਕੋਈ ਵੀ ਆਪਣੀ ਆਵਾਜ਼ ਚੁੱਕਦਾ ਹੈ ਤਾਂ ਉਸਨੂੰ ਮਾਓਵਾਦੀਆਂ ਦਾ, ਉਹਨੂੰ ਖਾਲਿਸਤਾਨੀਆਂ ਦਾ ਜਿਹੜਾ ਨਾਮ ਆ, ਜਿਹੜਾ ਟੈਗ ਉਹ ਦੇ ਦਿੱਤਾ ਜਾਂਦਾ ਹੈ। ਖਾਲਿਸਤਾਨ ਤੁਹਾਡੇ ਸ਼ਬਦਾਂ ਦੇ ਵਿੱਚ ਦੇਖੋ, ਮੇਰੇ ਲਈ ਤੇ ਮੈਂ ਸਿੰਪਲ ਸਮਝਦੀ ਹਾਂ ਕਿ ਖਾਲਿਸ ਮੀਨਸ ਪਿਓਰਿਟੀ, ਜਿਹਦੇ ਨਾਲ ਜਿਸ ਜਗ੍ਹਾ ਤੇ ਇਕੁਆਲਿਟੀ ਹੋਏਗੀ, ਜਿਸ ਜਗ੍ਹਾ ਤੇ ਹਰ ਇੱਕ ਬੰਦੇ ਨੂੰ ਬੋਲਣ ਦਾ ਅਧਿਕਾਰ ਹੋਏਗਾ, ਕੋਈ ਗਰੀਬ, ਕੋਈ ਦਬਾ ਕੁਚਲਾ, ਕਿਸੇ ਨਾਲ ਵਿਤਕਰਾ
ਚੀਜ਼ਾਂ ਨਹੀਂ ਹੋਣਗੀਆਂ, ਇਹ ਮਤਲਬ ਹੈਗਾ ਮੇਰੀ ਅੰਡਰਸਟੈਂਡਿੰਗ ਤੋਂ। ਬਟ ਉਸ ਟਾਈਮ ਤੇ ਜਦ ਤੁਸੀਂ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹੋ ਔਰ ਸਾਹਮਣੇ ਵਾਲੇ ਕੋਲ ਜਵਾਬ ਨਹੀਂ ਹੈ, ਉਹ ਤੁਹਾਨੂੰ ਕੀ ਦਊਗਾ? ਉਹ ਤੁਹਾਨੂੰ, ਕਿਉਂਕਿ ਉਹਦੇ ਕੋਲ ਪਾਵਰ ਹੈਗੀ ਆ, ਉਹਦੇ ਕੋਲ ਸਾਰੇ ਰਿਸੋਰਸਿਸ ਤੇ ਕਬਜ਼ਾ, ਮੀਡੀਆ ਤੇ ਕਬਜ਼ਾ, ਮੀਡੀਆ ਖਰੀਦ ਲਿਆ, ਉਹ ਜੋ ਕਹੂਗਾ ਲੋਕੀ ਸਮਝਣਗੇ, ਲੋਕੀ ਬਰਬਾਦ ਕਰਨਗੇ ਤੁਹਾਨੂੰ ਉਸ ਤਰੀਕੇ ਨਾਲ। ਤੇ ਤੁਹਾਨੂੰ ਕੈਟੇਗਰਾਈਜ਼ ਕਰਕੇ ਤੋੜ ਕੇ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਤੁਸੀਂ ਸਹੀ ਰਸਤੇ ਜਾ ਰਹੇ ਹੋ, ਤੁਸੀਂ ਗਲਤ ਰਸਤੇ ਨਹੀਂ ਹੋ। ਤੁਸੀਂ ਕਨਸਟੀਟਿਊਸ਼ਨ ਦੇ ਦਾਇਰੇ 'ਚ ਰਹਿ ਕੇ ਸਾਰਾ ਕੰਮ ਕਰ ਰਹੇ ਹੋ। ਔਰ ਜਿੱਦਾਂ ਮੈਂ ਆਪਣੀ ਆਵਾਜ਼ ਚੱਕ ਰਹੀ ਹਾਂ, ਤੁਸੀਂ ਚੱਕੋ ਆਪਣੀ ਆਵਾਜ਼, ਤੁਹਾਡਾ ਰਾਈਟ ਆ, ਤੁਸੀਂ ਰਾਈਟ ਨਾਲ ਆਵਾਜ਼ ਚੁੱਕੋ ਤਾਂ ਆਪਣੇ ਹੱਕ ਲੈ ਕੇ ਆਓ ਵਾਪਸ, ਸਾਰੀ ਚੀਜ਼ਾਂ। ਯੂਥ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰੀਕੇ ਦੇ ਨਾਲ ਯੂਥ ਹੋਰ ਜ਼ਿਆਦਾ ਅਵੇਅਰ ਹੋ ਕੇ ਆਪਣੇ ਮੁੱਦਿਆਂ ਦਾ ਹੱਲ ਆਪ ਕਰ ਸਕਦਾ? ਕਿਉਂਕਿ ਇਸ ਤਰੀਕੇ ਦੇ ਨਾਲ ਲੱਗਦਾ ਤਾਂ ਨਹੀਂ ਕਿ ਸਰਕਾਰਾਂ ਹੱਲ ਕਰ ਸਕਦੀਆਂ। ਦੇਖੋ ਜੀ, ਸਰਕਾਰਾਂ ਕੋਲ ਹੱਲ ਹੁੰਦਾ ਨਾ, ਹੱਲ ਤੱਕ ਨਿਕਲ ਜਾਣਾ ਸੀਗਾ। ਹੱਲ ਜਨਤਾ ਕੋਲ ਹੈ, ਕਿਉਂਕਿ ਜਨਤਾ ਸਰਕਾਰ ਨੂੰ ਚੁਣ ਕੇ ਭੇਜਦੀ ਹੈ। ਜਿੱਦਾਂ ਮੈਂ ਤੁਹਾਨੂੰ ਕਿਹਾ, ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਆ ਲੋਕਾਂ ਨੂੰ ਕਿ ਤੁਸੀਂ ਡਰੋ ਨਾ, ਤੁਸੀਂ ਇਸ ਦੇਸ਼ ਦੇ ਮਾਲਿਕ ਹੋ। ਉਹ ਨੌਕਰ ਬਿਠਾਏ ਆ ਤੁਸੀਂ ਦੇਖਦੇ ਹੋ ਨਾ ਕਿ ਜਿੱਦਾਂ ਤੁਸੀਂ ਚੁਣ ਕੇ ਭੇਜ ਦਿਓ, ਜਦ ਆ ਤੁਹਾਡੇ ਘਰੇ ਆਉਂਦੇ ਨਾ, ਕੀ ਕਹਿੰਦੇ ਨੇ, ਭੈਣ ਜੀ ਵੋਟ ਪਾਇਓ, ਤੁਹਾਡੀ ਸੇਵਾ ਕਰਾਂਗੇ। ਜਿਹੜਾ ਵੀ ਐਮਐਲਏ ਐਮਪੀ ਨੇਤਾ ਆਂਦਾ ਤੁਹਾਡੀ ਸੇਵਾ ਹੈ ਨਾ, ਰਾਜ ਦੀ ਸੇਵਾ ਕਰਾਂਗੇ। ਉਹ ਭੁੱਲ ਜਾਂਦੇ ਨੇ ਆਪਣਾ ਕਰਤੱਵ। ਇਹ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂਕਿ ਤੁਸੀਂ ਵੋਟ ਪਾਇਆ, ਸਭ ਤੋਂ ਕੀਮਤੀ ਤੁਹਾਡਾ ਵੋਟ ਆ ਜਿਹੜਾ ਤੁਹਾਨੂੰ ਮਿਲਿਆ। ਉਸ ਵੋਟ ਨਾਲ ਉਹਨਾਂ ਦੇ ਕੰਨ ਖਿੱਚੋ, ਪੁੱਛੋ ਕਿਉਂ ਨਹੀਂ ਕੀਤਾ, ਇਕੱਠੇ ਹੋ ਜਾਓ ਔਰ ਜਾ ਕਰ ਪੁੱਛੋ ਕਿ ਤੂੰ ਮੇਰਾ ਕੰਮ ਇਹ ਕਿਉਂ ਨਹੀਂ ਕੀਤਾ, ਤੂੰ ਆ ਪ੍ਰੋਮਿਸ ਕਰਕੇ ਗਿਆ ਸੀਗਾ, ਕਿਆ ਅਸੀਂ ਆਪਣੇ ਰੋਲ ਨਿਭਾਏ ਆ? ਅਸੀਂ ਵੀ ਤਾਂ ਪਿੱਛੇ ਹਾਂ ਨਾ, ਅਸੀਂ ਬਲੇਮ ਗੇਮ ਕਰਦੇ ਹਾਂ। ਅਸੀਂ ਕੀਤਾ ਕੀ? ਅਸੀਂ ਉਹਨਾਂ ਤੋਂ ਪੁੱਛਿਆ ਤੇ ਹੈ ਨਹੀਂ, ਤੁਸੀਂ ਕੰਮ ਕੀਤਾ ਨਹੀਂ ਕੀਤਾ। ਇਸ ਕਰਕੇ ਜੋ ਦੇਸ਼ ਦਾ ਮਾਲਿਕ ਹੁੰਦਾ ਨਾ, ਉਹ ਆਰਡਰ ਕਰਦਾ। ਇਹਨਾਂ ਨੌਕਰਾਂ ਨੂੰ ਆਰਡਰ ਕਰੋ, ਇਹਨਾਂ ਨੌਕਰਾਂ ਨੂੰ ਕਰੈਕਟ ਕਰੋ। ਇਹਨਾਂ ਨੌਕਰਾਂ ਨੂੰ ਕਿਸੇ ਨੂੰ ਅਸੀਂ ਦਿੱਤਾ ਐਜੂਕੇਸ਼ਨ ਸੰਭਾਲਣ ਲਈ, ਕਿਸੇ ਨੂੰ ਦਿੱਤਾ ਹੈਲਥ ਸੰਭਾਲਣ ਲਈ, ਕਿਸੇ ਨੂੰ ਰੇਲ ਦੇਤੀ, ਅਲੱਗ ਚੀਜ਼ਾਂ ਦਿੱਤੀਆਂ। ਤੁਸੀਂ ਸਾਡੇ ਬੱਚਿਆਂ ਦੀ ਰੱਖਿਆ ਕਰੋ, ਇਹ ਸਾਡੇ ਲਈ ਅੱਛੇ ਸਕੂਲ ਬਣਾਓ, ਸਾਡੇ ਲਈ ਅੱਛੀ ਸੜਕਾਂ ਬਣਾਓ, ਸਾਡੇ ਲਈ ਰੇਲ ਦਾ ਅੱਛਾ ਇੰਤਜ਼ਾਮ ਕਰੋ। ਸਾਡੀ ਜ਼ਿੰਮੇਵਾਰੀ ਹੈ। ਸਰਕਾਰ ਕਿਹਦੇ ਪੈਸੇ ਤੋਂ ਚੱਲਦੀ ਆ? ਪੈਸਾ ਪਿਓ ਦਾ ਲੈ ਕੇ ਆਉਂਦੇ ਨੇ, ਪੁਰਖਾਂ ਦਾ। ਸਰਕਾਰ ਸਾਡੇ ਟੈਕਸ ਦੇ ਪੇ ਦੇ ਪੈਸੇ ਨਾਲ ਚੱਲਦੀ ਆ। ਅਸੀਂ ਪੈਸਾ ਦਿੰਦੇ ਤੇ ਉਹਨਾਂ ਦੀਆਂ ਦਿੰਦੇ ਆ ਤੇ ਉਹਨਾਂ ਦੀ ਤਨਖਾਹਾਂ ਆਉਂਦੀਆਂ ਨੇ। ਇਹ ਸਾਨੂੰ ਸਮਝਣ ਦੀ ਲੋੜ ਆ। ਦਿਸ ਇਜ਼ ਅ ਬੇਸਿਕ ਚੀਜ਼। ਔਰ ਜਿੰਨੇ ਵੀ ਇੱਥੇ ਬੈਠੇ ਨੇ ਨਾ, ਜਿਨ੍ਹਾਂ ਨੂੰ ਲੱਗਦਾ ਸੰਵਿਧਾਨ 'ਚ ਸਾਡੇ ਹੱਕਾਂ ਦੀ ਗੱਲ ਨਹੀਂ ਹੈ, ਬਿਲਕੁਲ ਹੈਗੀ ਹੈ ਜੀ। संविधान, किसी ने बड़ी प्यारी गल कही है, संविधान कितना भी अच्छा हो, अगर उसको चलाने वाले लोग बुरे हैं तो वो बुरा ही कहलाया जाएगा, और कितना भी बुरा हो अगर उसको चलाने वाले लोग अच्छे हैं तो वो अच्छा ही कहलाया जाएगा। तुसीं चल के तां देखो, तुसीं मांग तां करो, तुसीं इन्हां दा कॉलर फड़ के थल्ले क्यों नहीं उतारदे? हुण तुसीं तुहाडे कोल राइट है ना वोट दा, हैगा ना अधिकार। आ रही इलैक्शन, दो किसी ऐसी सरकार नूं, ऐसे बंदे नूं ਵੋਟ ਜਿਹੜਾ ਤੁਹਾਡੇ ਹੱਕ ਅਧਿਕਾਰ ਦੀ ਗੱਲ ਕਰੂਗਾ। ਆਪਣੇ ਲੋਕਾਂ ਨੂੰ ਭੇਜੋ ਸੰਸਦ 'ਚ। ਤੁਸੀਂ ਤੇ ਮੇਰਾ ਇੱਕ ਸਵਾਲ ਇਹ ਬਣਦਾ ਆ ਬਈ, ਬਹੁਤ ਵਾਰੀ ਅਜਿਹਾ ਹੁੰਦਾ ਵੀ ਅਸੀਂ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਰਹੀ, ਲੋਕਾਂ ਨੇ ਬਦਲਾ ਲਿਆਂਦਾ, ਹੁਣ ਜਾਂ ਫਿਰ ਜਿੱਤ ਹਾਸਲ ਕੀਤੀ। ਲੋਕਾਂ ਦਾ ਮਤਲਬ ਇਹ ਸੀਗਾ ਵੀ ਇਹਨਾਂ ਨੇ ਸਾਡੀ ਕੋਈ ਸੁਣੀ ਨਹੀਂ, ਇਹਨਾਂ ਨੇ ਸਭ ਬਰਬਾਦ ਕਰਤਾ ਤੇ ਇੱਕ ਵਿਸ਼ਵਾਸ ਰੱਖਿਆ। ਹੁੰਦਾ ਕੀ ਕਿ ਜ਼ਿਆਦਾਤਰ ਇਹ ਮਾਨਤਾ ਵੀ ਹੈ ਲੋਕਾਂ ਦੀ ਬਈ ਜਿੰਨਾ ਚਿਰ ਤਾਂ ਥੱਲੇ ਹੁੰਦੇ ਆ, ਠੀਕ ਆ, ਜਿੱਦਾਂ ਹੀ ਸਰਕਾਰ ਬਣ ਗਈ ਉਵੇਂ ਹੀ ਸਭ ਕੁਝ ਫਲੈਸ਼ ਹੋ ਜਾਂਦਾ ਹੈ। ਅਜਿਹਾ ਕਿਉਂ ਹੁੰਦਾ? ਕਿਉਂਕਿ ਫਿਰ ਹੁਣ ਇਸ ਤਰੀਕੇ ਦੇ ਨਾਲ ਬੰਦਾ ਵਿਸ਼ਵਾਸ ਕਿਸ ਤੇ ਕਰ ਸਕਦਾ? ਮੈਂ ਤੇ ਤੁਹਾਨੂੰ ਆਪ ਹੀ ਦੱਸਤਾ ਕਿ ਇਹੀ ਗੱਲ ਹੈ। ਤੁਸੀਂ ਬਹੁਤ ਸਟ੍ਰੈਟੇਜਿਕਲੀ ਸਮਾਰਟਲੀ ਹੁਣ ਚੱਲਣਾ ਪੈਣਾ, ਠੀਕ ਆ। ਇਹੀ ਹੁੰਦਾ ਹੈ, ਇਹੀ ਧੋਖਾਧੜੀ ਹੁੰਦੀ ਆਈ ਹੈ ਸਾਡੇ ਨਾਲ, ਔਰ ਕਰਦੀ ਹਰ ਸਰਕਾਰ ਕਰਦੀ ਹੈ ਨਾ। ਔਰ ਇਹ ਜਿਹੜਾ ਹੈ ਨਾ, ਖਾਸ ਕਰ ਜੇ ਮੈਂ ਗੱਲ ਕਰਾਂ ਅਰਵਿੰਦ ਕੇਜਰੀਵਾਲ ਦੀ, ਇਹ ਬਹੁਤ ਵੱਡਾ ਮਾਰਕੀਟਰ ਹੈ। ਇਹ ਕੋਈ ਅੰਦੋਲਨ 'ਚ ਉੱਠ ਕੇ ਨਹੀਂ ਆਇਆ, ਇਹਨੇ ਸਾਰੀਆਂ ਸਟ੍ਰੈਟਜੀਆਂ ਬਣਾ ਕੇ ਮਾਰਕੀਟਿੰਗ ਕੀਤੀ ਹੈ। ਇਹਨੂੰ ਪਿੱਛੇ ਆਰਐਸਐਸ ਦਾ ਹੱਥ ਆ ਪੂਰਾ। ਆਰਐਸਐਸ ਨੇ ਦੂਜੀਆਂ ਜਿਹੜੀਆਂ ਟੀਮਾਂ ਸੀਗੀਆਂ ਜਾਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਖਤਮ ਕਰਨ ਲਈ ਨਾ ਬੀ ਟੀਮ ਤਿਆਰ ਕੀਤੀ। ਅਗਰ ਹਮ ਨਹੀਂ ਤਾਂ ਤੁਮ ਨਹੀਂ तो हम, बैलेंस बनया रहे। दोनों ही एक चाथाली ਦੇ ਚੱਟੇ ਪੱਟੇ ਨੇ, ਔਰ ਦੋਨਾਂ ਨੇ ਇੰਨੇ ਵੱਡੇ ਵੱਡੇ ਵਾਅਦੇ ਕੀਤੇ, ਬਾਕੀਆਂ ਨੇ ਵੀ ਕੀਤੇ। ਬਟ ਅਸੀਂ ਸਮਝ ਗਏ ਨਾ, ਤੁਸੀਂ ਪੱਤਰਕਾਰ ਹੋ, ਤੁਸੀਂ ਸਮਝ ਗਏ, ਅਸੀਂ ਸਮਝ ਗਏ। ਫਿਰ ਸਾਡਾ ਫਰਜ਼ ਕੀ ਬਣਦਾ ਕਿ ਹੁਣ ਆਪਣਾ ਕੋਈ ਬੰਦਾ ਉੱਥੇ ਬਿਠਾਣਾ। ਇਹਨਾਂ ਦੀਆਂ ਚਿਹਰੇ ਸਾਡੇ ਸਾਹਮਣੇ ਆ ਗਏ। ਇੰਨੇ ਸਾਲ ਹੋ ਗਏ ਧੋਖੇ ਸਹਿੰਦੇ, ਇੰਨੇ ਸਾਲ ਹੋ ਗਏ ਧੱਕਾ ਸਹਿੰਦੇ, ਸਭ ਕੁਝ ਖੋ ਲਿਆ। ਹੁਣ ਇਹ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਹੈ। ਪਤਾ ਚੱਲ ਗਿਆ ਨਾ, ਚੋਰ ਨੇ ਸਾਰੇ। ਜ਼ਿੰਮੇਵਾਰੀ ਸਾਡੀ ਆ, ਸਾਡੇ ਵੱਲੋਂ ਕਿ ਆਪਣਾ ਕੋਈ ਵਿਸ਼ਵਾਸ ਵਾਲਾ ਬੰਦਾ ਤਿਆਰ ਕਰੋ, ਖੜਾ ਕਰੋ ਆਪਣਾ ਕੋਈ ਲੀਡਰ ਜਿਹੜਾ ਤੁਹਾਡੇ ਵਿੱਚੋਂ ਜਨਤਾ ਦਾ ਲੀਡਰ ਹੋਏ। ਇਹਨਾਂ ਦਾ ਲੀਡਰ ਲਿਆਇਆ ਹੋਇਆ ਨਹੀਂ ਜਿਹਦੇ ਚਿਹਰੇ ਚਮਕਾ ਦੇਣ, ਮਾਰਕੀਟਿੰਗ ਕਰਕੇ ਵੱਡੇ ਵੱਡੇ ਪੋਸਟਰ ਲਾ ਦੇਣ। ਅਰਵਿੰਦ ਕੇਜਰੀਵਾਲ ਤੋਂ ਵੱਡਾ ਕੋਈ ਮਾਰਕੀਟਰ ਹੈਗਾ? ਪਤਾ ਹੈ ਜੀ, ਪੰਜਾਬ 'ਚ 33% ਪਲੱਸ ਸ਼ਡਿਊਲ ਕਾਸਟ ਪਾਪੂਲੇਸ਼ਨ ਹੈ ਨਾ, 33% ਕੁਝ ਪੰਜਾਬ 'ਚ ਬੈਕਵਰਡ ਕਲਾਸ ਜ਼ਿਆਦਾ। ਤੇ ਬਾਬਾ ਸਾਹਿਬ ਦੀ ਫੋਟੋ ਲਾ ਕੇ ਪੂਰਾ ਪ੍ਰਚਾਰ ਕਰਕੇ ਉਹਨਾਂ ਦੀ ਵੇਚੀ, ਪੂਰੀ ਤਸਵੀਰ ਵੇਚੀ, ਹਰ ਜਗ੍ਹਾ ਜਾ ਕੇ ਭਗਤ ਸਿੰਘ ਦੀ ਤਸਵੀਰ ਲਾ ਕੇ ਇਮੋਸ਼ਨਸ ਨਾਲ ਖੇਲਿਆ। ਪਤਾ ਹੈ ਜੀ, ਸੈਂਸਿਟਿਵ ਲੋਕ ਹੈਗੇ, ਇਮੋਸ਼ਨਲ ਲੋਕ ਹੈਗੇ। ਇਹਨਾਂ ਦੇ ਦੋਨਾਂ ਨਾਂ ਤੇ ਮਾਰਕੀਟਿੰਗ ਕਰਕੇ ਚੁਣਾਵ ਕਰੋ, ਵੇਚੋ ਇਹਨਾਂ ਦਾ ਨਾਮ ਵੇਚੋ। ਇਹ ਕੀਤਾ। ਇਹੋ ਜਿਹੇ ਮਾਰਕੀਟਰਸ ਨੂੰ ਜਿਹੜੇ
ਸਟ੍ਰੈਟਜੀ ਕਰਦੇ ਗੁਜਰਾਤ ਜਾਂਦੇ ਨੇ ਤੇ ਗੱਲ ਕਰਦੇ ਨੇ ਗਣੇਸ਼ ਤੇ ਲక్ష్ਮੀ ਦੀ ਫੋਟੋ ਹੋਣੀ ਚਾਹੀਦੀ ਹੈ ਨੋਟਾਂ ਤੇ। ਇਹਨੂੰ ਚਪੇੜਾ ਮਾਰੋ ਚਪੇੜਾ। ਇੱਕ ਤਰਫ ਤੂੰ ਗੱਲ ਕਰਦਾ ਹੈ ਭਗਵੰਤ ਮਾਨ ਭਗਤ ਸਿੰਘ ਦੀ, ਇੱਕ ਤਰਫ ਤੂੰ ਗੱਲ ਕਰਦਾ ਹੈ ਡਾਕਟਰ ਭੀਮ ਰਾਓ ਅੰਬੇਡਕਰ, ਦੋਨੋਂ ਰੈਸ਼ਨਲ ਥਿੰਕਰਸ, ਦੋਨੋਂ ਕ੍ਰਿਟੀਕਲ ਮਾਈਂਡਸੈਟ ਤੇ, ਦੋਨੋਂ ਕਹਿੰਦੇ ਸੀਗੇ ਕਿਸੇ ਵੀ ਚੀਜ਼ ਨੂੰ ਐਜ਼ ਇਟ ਇਜ਼ ਐਕਸੈਪਟ ਨਹੀਂ ਕਰੋ, ਸਵਾਲ ਕਰਨਾ ਸਿੱਖੋ, ਸਵਾਲ ਕਰੋ। ਫਿਰ ਤੂੰ ਕਾਲਪਨਿਕ ਕਹਾਣੀਆਂ ਵਾਲੇ ਜਿਹੜੇ ਬਣੇ ਹੋਏ, ਤੁਸੀਂ ਮੈਨੂੰ ਦੱਸੋ ਸਾਇੰਸ ਫੇਲ ਕਰਤੀ, युवा सवाल नहीं करेगा। तुम मैनू कह दो कि तुम मान लो कि कोई किसी का जन्म जेड़ा है वो मैल नाल घोल के तुम करता मैल नाल, मान जाओगे तुम? एक बायोलॉजिकल प्रोसैस हैगा ना जन्म का, और जानवर का भी हैगा, पंछियों का भी हैगा, वो मनुखा का भी हैगा। उस बायोलॉजिकल प्रोसैस नाल चल रही है ना कायनात पूरी, उस बायोलॉजिकल प्रोसैस नाल मैं पैदा हुई, तुसी जानवर पैदा होंदे। इन्हां दा इतिहास इहो जिहा किद्दां हैगा? फिर क्यों मन लईए? फिर तुसीं सारियां चीज़ां वो करके यूथ नूं या लोकां नूं गुमराह करके सारियां चीज़ां अपने साडे सिर ते पातियां। जो डिफरेंसिस भी लिआए ना इन्हां ने पंजाब विच, जो जातिवाद पैदा होया, जिस जातिवाद दे नाल झगड़े होंदे ने, जिस जातिवाद दे मानसिकता नाल बाटे दो होंदे ने, ये इन्हां दा लिआया होया है। ਇਹ ਸਾਡੇ ਪੰਜਾਬ 'ਚ ਚੀਜ਼ਾਂ ਨਹੀਂ ਸੀਗੀਆਂ। ਸਾਡੇ ਪੰਜਾਬ ਨੂੰ ਸਮਝਣ ਦੀ ਲੋੜ ਆ। ਆਪਣਾ ਨੇਤਾ ਖੜਾ ਕਰੋ, ਆਪਣਾ ਬੰਦਾ ਖੜਾ ਕਰੋ ਉੱਥੇ ਜਿਹੜਾ ਇਹ ਸਾਰੇ ਵਿਤਕਰਿਆਂ ਨੂੰ ਮਿਟਾ ਕੇ ਤੁਹਾਡੀ ਗੱਲ ਕਰੇ, ਤੁਹਾਡੇ ਹੱਕਾਂ ਦੀ ਗੱਲ ਕਰੇ, ਜਿਹੜਾ ਕਹੇ ਕਿ ਹਰ ਕੋਈ ਇੱਕ ਆ। ਜਿਹੜੇ ਸਾਡੇ ਗੁਰੂਆਂ ਨੇ ਆਪਣੇ 4 ਵਾਰ ਕੇ ਸਾਨੂੰ 5 ਦਿੱਤੇ ਸੀਗੇ, ਵੰਡ ਛਕਾਇਆ ਸੀਗਾ, ਲੰਗਰ ਤੇ ਬਿਠਾਇਆ ਸੀਗਾ, ਨਾਲ ਖੜੇ ਕੀਤਾ ਸੀਗਾ, ਜਿਹੜਾ ਕੋਈ ਗਰੀਬ ਸੀਗਾ ਉਹਦੀ ਬਾਹ ਫੜੀ ਸੀਗੀ, ਆਪਣੇ ਸੀਨੇ ਨਾਲ ਲਾਇਆ ਸੀਗਾ, ਉਹ ਪੰਜਾਬ ਆ, ਉਹ ਗੁਰੂਆਂ ਦੀ ਸਿਖਲਾਈ ਆ। ਵੀ ਨੀਡ ਟੂ ਰਿਵਾਈਵ, ਰੀਕਾਲ, ਰਿਮੈਂਬਰ ਆਰ ਹਿਸਟਰੀ। ਜਿਸ ਦਿਨ ਅਸੀਂ ਉਹ ਯਾਦ ਕਰਗੇ ਤੁਹਾਨੂੰ ਅੰਦਰੋਂ ਫੀਲ ਹੋਏਗਾ ਵੀ ਆਰ ਪ੍ਰਾਊਡ ਟੂ ਬੀ ਸਿੱਖ। ਅਸੀਂ ਮਹਿਸੂਸ ਕਰਦੇ ਹਾਂ ਕਿਉਂਕਿ ਸਾਡੇ ਲੋਕਾਂ ਨੇ ਜਦ ਵੀ ਦੇਸ਼ ਤੇ ਆਪਦ ਆਈ ਹੈ, ਸਭ ਤੋਂ ਪਹਿਲੇ ਸਿੱਖ ਕੌਮ ਹੈ ਜਿਹੜੀ ਸਭ ਤੋਂ ਅੱਗੇ ਖੜੀ ਹੋਈ ਹੈ। ਨਾ ਸਿਰ ਕਟਾਉਣ ਤੋਂ ਡਰਦੇ ਆ, ਨਾ ਇਹਨਾਂ ਦੀ ਜੇਲਾਂ ਤੋਂ ਡਰਦੇ ਆ, ਨਾ ਕਿਸੇ ਚੀਜ਼ ਤੋਂ ਡਰਦੇ ਆ। ਤੇ ਇਹ ਜਿਹੜਾ ਹੈਗਾ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਇਹ ਯਾਦ ਰਹੂਗਾ, ਕਿਉਂਕਿ ਮੈਂ ਇਤਿਹਾਸ ਦੇ ਹਿਸਟਰੀ ਦੇ ਰਾਈਟ ਸਾਈਡ ਖੜੇ ਹੋਣਾ ਚਾਹੁੰਦੀ ਹਾਂ। ਕੋਈ ਇਹ ਨਾ ਕਿ ਆਉਣ ਵਾਲੀ ਜਨਰੇਸ਼ਨ ਕਿ ਯਾਰ ਇਹ ਸੀਗੇ ਸਾਡੇ ਬਜ਼ੁਰਗ ਵੱਡੇ ਜਿਨ੍ਹਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ, ਜਿਹੜੇ ਸਾਡੇ ਪੈਰਾਂ ਬੇੜੀਆਂ ਪਾ ਗਏ। ਅੱਜ ਤੁਸੀਂ ਕਿੱਦਾਂ ਆਪਣੇ ਮਹਾਰਾਜ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰਦੇ ਹੋ? ਕਿੱਦਾਂ? ਕਿਉਂਕਿ ਉਹਨਾਂ ਨੇ ਕੀਤਾ ਤੁਹਾਡੇ ਲਈ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੁਝ ਕਰਕੇ ਜਾਣਾ, ਇੱਦਾਂ ਨਹੀਂ ਜਾਣਾ ਇੱਕ ਜੀਵਨ ਮਿਲਿਆ ਲੇਖੇ ਲਾਣਾ। ਆਖਰੀ ਸਵਾਲ ਮੇਰਾ ਰਾਮ ਰਹੀਮ ਦੇ ਉੱਤੇ ਹੀ ਆ। ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆ ਰਹਿੰਦਾ, ਹਾਲਾਂਕਿ ਗੱਲ ਕੀਤੀ ਜਾਵੇ ਰਾਮ ਰਹੀਮ ਦੀ ਤਾਂ ਚਰਚਾ ਦਾ ਵਿਸ਼ਾ ਬਣਨਾ ਨਹੀਂ ਚਾਹੀਦਾ, ਕਿਉਂਕਿ ਜਿਸ ਤਰੀਕੇ ਦੇ ਉਸ ਦੇ ਉੱਤੇ ਇਲਜ਼ਾਮ ਲੱਗੇ ਨੇ, ਹਰ ਵਾਰ ਉਹ ਹਾਈਲਾਈਟਡ ਹੁੰਦਾ, ਜਿਵੇਂ ਹੀ ਬਾਹਰ ਆਉਂਦਾ ਅੰਦਰ ਆਉਂਦਾ ਚਾਰੇ ਪਾਸੇ ਖਬਰਾਂ ਫੈਲ ਜਾਂਦੀਆਂ, ਹਰ ਕੋਈ ਉਹਦਾ ਜ਼ਿਕਰ ਕਰਦਾ ਰਾਮ ਰਹੀਮ ਰਾਮ ਰਹੀਮ। ਹਾਲਾਂਕਿ ਇੱਦਾਂ ਦੇ ਬੰਦੇ ਦਾ ਅਜਿਹਾ ਇਸ ਤਰੀਕੇ ਦੇ ਨਾਮ ਹਾਈਲਾਈਟ ਨਹੀਂ ਹੋਣਾ ਚਾਹੀਦਾ। ਉੱਥੇ ਹੀ ਜਦੋਂ ਉਹਦੇ ਬਾਹਰ ਆਉਂਦਾ ਤੇ ਮਹਿਲਾਵਾਂ ਦੇ ਲਈ ਉਹ ਅੰਦਰ ਜਾਂਦਾ ਜੇਲ੍ਹ ਦੇ ਵਿੱਚ, 20 ਸਾਲਾਂ ਤੋਂ ਵੱਧ ਦੀ ਕੈਦ ਹੁੰਦੀ ਹੈ, ਤੇ ਉਹੀ ਮਹਿਲਾਵਾਂ ਜਿਹੜੀਆਂ ਨੇ ਜਿੱਦਾਂ ਹੀ ਉਹ ਆਉਂਦਾ ਗਿੱਧਾ ਪਾਉਂਦੀਆਂ ਨੇ, ਸਾਡੇ ਪਿਤਾ ਜੀ ਨੇ, ਸਾਡੇ ਇਹ ਨੇ। ਕੀ ਲੱਗਦਾ ਇਹ ਵਾਕਈ ਇੰਨਾ ਸਹੀ ਹੈਗਾ ਰਾਮ ਰਹੀਮ? ਬਿਲਕੁਲ ਨਹੀਂ ਸਹੀ ਜੀ। ਇਹ ਬਹੁਤ ਸਟ੍ਰੈਟੇਜੀ ਨਾਲ ਹੁੰਦਾ ਕਿ ਜਦੋਂ ਉਹਨੂੰ ਬਾਹਰ ਕੱਢਦੇ ਨਾ, ਪੂਰਾ ਗੋਦੀ ਮੀਡੀਆ ਜਿੰਨਾ ਵੀ ਹੈ ਨਾ, ਜਿੱਦਾਂ ਚੀਲ ਕੌਆਂ ਵਾਂਗ ਕਹਿ ਕਰਨ ਸ਼ੁਰੂ ਕਰ ਦਿੰਦਾ। ਔਰ ਤੁਸੀਂ ਦੇਖਦੇ ਹੋ, ਤੁਸੀਂ ਉਹਨਾਂ ਦੇ ਨੈਰੇਟਿਵ 'ਚ ਫਸਦੇ ਹੋ, ਟਰੈਪ ਹੁੰਦੇ ਹੋ। ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਨਾ ਕਿ ਉਸ ਚੀਜ਼ ਨੂੰ ਤੁੱਲ ਨਹੀਂ ਦੇਣੀ, ਹਵਾ ਨਹੀਂ ਦੇਣੀ, ਕਿਉਂਕਿ ਉਸ ਚੀਜ਼ ਨੂੰ ਤੁੱਲ ਦੇ ਕੇ ਨਾ ਅੰਦਰੋਂ ਤੁਹਾਡੀ ਪਤਾ ਨਹੀਂ ਕਿਹੜੀ ਜੜ ਕੱਢਦੇ ਜਾ ਰਹੇ ਨੇ। ਤੁਸੀਂ ਰਾਮ ਰਹੀਮ ਬਾਹਰ ਆ ਗਿਆ, ਸਿਰਸਾ ਵਾਲਾ ਸਾਧ ਬਾਹਰ ਆ ਗਿਆ, ਇਹ ਹੋ ਗਿਆ ਉਹ ਹੋ ਗਿਆ, ਉਸ ਨੈਰੇਟਿਵ ਵਿੱਚ ਖੋ ਜਾਂਦੇ ਹੋ, ਉਸ ਨੈਰੇਟਿਵ ਵਿੱਚ ਤੁਸੀਂ ਪੈ ਗਏ। ਬਟ ਅਸਲੀ ਚੀਜ਼ਾਂ ਜਿਹੜੀਆਂ ਅੰਦਰੋਂ ਖਤਮ ਕਰ ਰਹੇ ਨੇ ਨਾ, ਉਹ ਆਪਣੇ ਏਜੰਡੇ ਦੇ ਸੈੱਟ ਨੇ, ਔਰ ਰਾਤ ਦਿਨ ਤੁਹਾਡਾ ਹਰ ਚੀਜ਼ ਖਤਮ ਕਰਨ ਲਈ ਕੰਮ ਕਰ ਰਹੇ ਨੇ। ਔਰ ਬਿਲਕੁਲ ਸਹੀ ਤੁਹਾਡੀ ਦੂਜੀ ਗੱਲ ਆ ਕਿ ਇਹ ਜਿਹੜੀਆਂ ਭੈਣਾਂ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ। ਤੁਸੀਂ ਕੀ ਭਵਿੱਖ ਫਿਊਚਰ ਤੁਸੀਂ ਦੇ ਰਹੇ ਹੋ ਆਪਣੀ ਜਨਰੇਸ਼ਨ ਨੂੰ? ਤੁਸੀਂ ਆਪਣੀ ਬੇਟੀਆਂ ਲਈ ਐਸੇ ਬਾਬੇ ਦੀ ਪੂਜਾ ਕਰ ਰਹੇ ਹੋ ਜਿਹੜਾ ਇੱਕ ਰੇਪਿਸਟ ਹੈਗਾ, ਜਿੱਤੇ ਆਰੋਪ ਹੈਗਾ, ਜਿਹੜਾ ਅੰਦਰ ਗਿਆ ਔਰ ਉਹ 'ਤੇ ਕਾਰਵਾਈ ਚੱਲ ਰਹੀ ਹੈ, ਉਹਦੀ ਜਾ ਕੇ ਤੁਸੀਂ ਪੂਜਾ ਕਰਦੇ ਹੋ। ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਕਿ ਹਰ ਕੋਈ ਇੱਦਾਂ ਕਰਕੇ ਜੇਲ੍ਹ 'ਤੇ ਜਾ ਸਕਦਾ ਔਰ ਬਾਅਦ ਬਾਹਰ ਆ ਸਕਦਾ? ਇਹ ਤੁਸੀਂ ਸਿਖਲਾਈ ਦਿੰਦੇ ਹੋ। ਇਹ ਸਭ ਤੋਂ ਬੜੀ ਕਲਪ੍ਰਿਟ ਜਿਹੜੀਆਂ ਹੈਗੀਆਂ ਨਾ, ਉਹ ਭੈਣਾਂ ਨੂੰ, ਉਹ ਜਿਹੜੀਆਂ ਜਾਂਦੀਆਂ ਨੇ ਉੱਥੇ, ਉਹਨਾਂ ਨੂੰ ਸਵਾਲ ਕਰਨੇ ਚਾਹੀਦੇ। ਸਭ ਤੋਂ ਵੱਡੀ ਕਲਪ੍ਰਿਟ ਉਹ ਹੈ, ਇਹੋ ਜਿਹੇ ਬਾਬਿਆਂ ਨੂੰ ਸ਼ਹਿ ਮਿਲਦੀ ਹੈ, ਉਸ ਤੋਂ ਇਹੋ ਜਿਹੀ ਸਰਕਾਰਾਂ ਨੂੰ ਸ਼ਹਿ ਮਿਲਦੀ ਹੈ। ਔਰ ਇਹੋ ਜਿਹੀ ਸਰਕਾਰਾਂ ਨੂੰ ਕਿੱਦਾਂ ਸ਼ਹਿ ਮਿਲਦੀ ਆ? ਜਿੰਨੇ ਰੇਪਿਸਟ ਹੋਏ, ਜਿੰਨੇ ਅੱਤਵਾਦੀ ਹੋਏ, ਜਿਨ੍ਹਾਂ ਨੇ ਬੰਬ ਬਲਾਸਟ ਕਰਾ ਕੇ ਇਨੋਸੈਂਟ ਲੋਕਾਂ ਨੂੰ ਮਾਰਿਆ, ਇਹਨਾਂ ਦੀ ਸਰਕਾਰ 'ਚ ਬੈਠੇ ਨੇ। ਔਰ ਉਹੀ ਤਰ੍ਹਾਂ ਰੇਪਿਸਟ ਨੂੰ 15 ਅਗਸਤ 'ਚ ਰਿਹਾਈ ਕੀਤਾ, ਬਿਲਕਿਸ ਬਾਨੋ ਸ਼ਹਿ ਮਿਲਦੀ ਆ। ਲੇਕਿਨ ਫਿਰ ਵੀ ਆਲਟਰਨੇਟਿਵ ਹੈਗਾ। ਸਾਡੇ ਜਿਹਾ ਪੜ੍ਹਿਆ ਲਿਖਿਆ ਯੂਥ ਜਿਹੜਾ ਜਾਗਰੂਕ ਹੋ ਗਿਆ, ਜਾਗਰੂਕ ਕੌਮ ਨੇ, ਜਿਉਂਦੀ ਕੌਮ ਨੇ, ਜੋ ਇੱਥੇ ਮਿਸਾਲ ਦਿੱਤੀ ਆ ਆਪਣੇ ਹੋਣ ਦੀ, ਉਹ ਤੁਸੀਂ ਮੋਰਚੇ ਤੇ ਦੇਖ ਲਿਆ, ਉਹ ਤੁਸੀਂ 26 ਜਨਵਰੀ ਨੂੰ ਦੇਖ ਲਿਆ। ਇਸ ਕਰਕੇ ਲੋਕ ਹੈਗੇ ਬੋਲਣ ਵਾਲੇ, ਔਰ ਅਸੀਂ ਬੋਲਾਂਗੇ, ਆਪਣੇ ਹੱਕਾਂ ਲਈ ਲੜਾਂਗੇ।
ਜੀ ਬਹੁਤ ਬਹੁਤ ਧੰਨਵਾਦ। ਤਾਂ ਰਿਤੂ ਕੌਰ ਸਕਾਲਰ ਤੇ ਯੂਥ ਮਹਿਲਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤਾਂ ਬੇਵਾਕੀ ਦੇ ਨਾਲ ਹਰ ਸਵਾਲ ਦਾ ਜਵਾਬ ਦਿੰਦੇ ਹੋਏ ਨਜ਼ਰ ਆਏ। ਉੱਥੇ ਹੀ ਕਹਿ ਸਕਦੇ ਹਾਂ ਕਿ ਸਾਰੇ ਲੋਕਾਂ ਨੂੰ ਜਾਂ ਫਿਰ ਸਾਰੇ ਜਿੰਨੇ ਵੀ ਹਾਈਲਾਈਟਡ ਨੇਮ ਨੇ, ਚਰਚਾ ਵਾਲੇ ਨੇਮ ਨੇ, ਲਪੇਟੇ ਦੇ ਵਿੱਚ ਲੈਂਦੇ ਹੋਏ ਵੀ ਨਜ਼ਰ ਆਏ। ਹੌਸਲੇ ਬੁਲੰਦ ਨੇ ਤੇ ਕਹਿੰਦੇ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ 33 ਜਾਂ 34 ਲੋਕ ਤਾਂ ਕੀ 33,000 ਤੇ 33 ਲੱਖ ਵੀ ਵਾਰਨ ਦੀ ਲੋੜ ਪਈ ਤਾਂ ਅਸੀਂ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕਰ ਦੇਵਾਂਗੇ। ਖੈਰ ਕੌਮੀ ਇਨਸਾਫ ਮੋਰਚੇ ਦਾ ਹੁਣ ਰੂਪ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ, ਪਰ ਮੰਗਾਂ ਕਦੋਂ ਪੂਰੀਆਂ ਹੋਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵਾਈਪੀਐਸ ਚੌਂਕ ਤੋਂ ਕੈਮਰਾਮੈਨ ਸਾਥੀ ਪ੍ਰਵੀਨ ਦੇ ਨਾਲ ਮਮਤਾਜ਼, ਸਕਾਈ ਨਿਊਜ਼ ਪੰਜਾਬ।